पाग हुआ गुर संत मिलाया, 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 पाग हुआ संत मिलाया, पाग हुआ गुर 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 संत मिलाया, हुआ गुर संत मिलाया, पाग हुआ गुर संत मिलाया, प्रभु अविनाशी कर में पाया, प्रभु अविनाशी कर में पाया, प्रभु अविनाशी घर में पाया, प्रभु अविनाशी घर में पाया, प्रभु अविनाशी कर में पाया, प्रभु अविनाशी कर में पाया, प्रभु अविनाशी घर में पाया, प्रभु अविनाशी घर में पाया, पाग हुआ गुर संत मिलाया, 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 प्रभु अविनाशी कर में पाया, प्रभु अविनाशी कर में पाया, प्रभु अविनाशी घर में पाया, प्रभु अविनाशी घर में पाया, प्रभु अविनाशी कर में पाया, प्रभु अविनाशी कर में पाया, प्रभु अविनाशी घर में पाया, प्रभु अविनाशी घर में पाया, पाग हुआ गुर संत मिलाया, 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 अंदर सच्चा नेहो लाया प्रीतम आपने, तन मन हुई निहाल, जांगुर दिखा सामने। सो बहुत ਵੱਡੇ ਭਾਗ ਨੇ ਸੰਗਤਾਂ ਦੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਸੋਹਣੇ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਮਿਲਿਆ ਹੈ। ਗੁਰੂ ਮਹਾਰਾਜ ਸਤਿਗੁਰੂ ਜੀ ਬਚਨ ਕਰ ਰਹੇ ਨੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਕੋਈ ਵੀ ਉਸ ਦੇ ਗੁਣਾਂ ਦਾ ਅੰਤ ਨਹੀਂ ਕੋਈ ਜਾਣ ਸਕਦਾ। ਉਹ ਮਾਲਕ, ਉਹ ਪਰਮੇਸ਼ਰ, ਉਹ ਸਦਾ ਹੀ ਦਿਆਲੂ ਕਿਰਪਾਲੂ ਹੈ। ਉਹਦੇ ਗੁਣਾਂ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਵੇਖੋ, ਕੋਈ ਨਹੀਂ ਪਾ ਸਕਦਾ। ਵੇਖੋ, ਜਿਨੇ ਵੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਅੱਜ ਤੱਕ ਕੋਈ ਪਾ ਸਕਿਆ। ਵੇਖੋ ਵੇਖੋ ਪਹਿਲੇ ਸਮੇਂ ਹੁੰਦੇ ਸਨ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਿਹੜੇ ਗੁਰੂ ਨੂੰ ਮਿਲਦੇ ਸਾਧਨ ਹੁੰਦੇ ਸਨ ਨਾ, ਉਹ ਬੜੇ ਕਠਿਨ ਸਾਧਨ ਹੁੰਦੇ ਸਨ। ਗੁਰੂ ਨੂੰ ਮਿਲਦੇ ਸਾਧਨ ਪੁੱਠੇ ਲਮਕਣਾ ਪੈਂਦਾ ਸੀ, ਧੂਣੇ ਤਾਪਣੇ ਪੈਂਦੇ ਸਨ, ਜਲ ਧਾਰੇ ਕਰਨੇ ਪੈਂਦੇ ਸਨ ਤੇ ਬੜਾ ਔਖਾ ਹੁੰਦਾ ਸੀ। ਵੇਖੋ, ਕੋਈ ਬੱਚਾ ਨਹੀਂ ਸੀ ਇਹ ਕਰ ਸਕਦਾ ਜਲ ਧਾਰਾ, ਤੇ ਕੋਈ ਵਡੇਰੀ ਉਮਰ ਵਾਲਾ ਵੀ ਨਹੀਂ ਸੀ ਕਰ ਸਕਦੇ। ਨੌਜਵਾਨ ਹੁੰਦੇ ਸਨ
ਜਿਹੜੇ ਕੋਈ ਕਰ ਸਕਦਾ ਸੀ। ਇਹ ਜਲ ਧਾਰੇ ਪੁੱਠੇ ਲਮਕਣਾ 12-12 ਸਾਲ ਵੇਖੋ। ਇਸੇ ਤਰ੍ਹਾਂ ਜ਼ਿੰਦਗੀ ਸਮਾਂ ਉਹਨਾਂ ਦਾ ਲੰਘਦਾ ਸੀ। ਕੋਈ ਸ਼ਬਦ ਕੋਈ ਸਿਮਰਨ ਨਹੀਂ ਸੀ ਕੋਈ, ਪਰ ਸਰੀਰ ਨੂੰ ਜ਼ਿਆਦਾ ਕਸ਼ਟ ਦੇਣਾ ਕਿ ਉਹ ਪਰਮਾਤਮਾ ਅਕਾਲ ਪੁਰਖ ਆਪਣੇ ਆਪ ਸਾਨੂੰ ਆਣ ਕੇ ਮਿਲੇਗਾ। ਯਾਨੀ ਪਹਿਲਾਂ ਸਮੇਂ ਦੇ ਗੁਰੂ ਨੂੰ ਮਿਲਦੇ ਜਾਨੀ ਐਸੇ ਸਾਧਨ ਸਨ, ਪਰ ਕੋਈ ਵਿਰਲਾ ਹੁੰਦਾ ਸੀ ਜਿਹੜਾ ਕਰਦੇ ਸਨ। ਸਾਧੂ ਮੰਡਲੀਆਂ ਨਾਲ, ਜੋਗੀਆਂ ਨਾਲ ਰਲ ਜਾਣਾ, ਪਰਬਤਾਂ 'ਤੇ ਚਲੇ ਜਾਣਾ, ਉੱਥੇ ਅਭਿਆਸ ਕਰਨੇ। ਵੇਖੋ ਸਾਰੀ ਜ਼ਿੰਦਗੀ ਸਮਾਂ ਲੰਘ ਜਾਂਦਾ, ਤੇ ਜਿਹੜੇ ਪਰਿਵਾਰ ਦਾ ਇਹ ਪੁੱਤਰ ਜਾਂਦਾ ਸੀ ਨੌਜਵਾਨ, ਤੇ ਉਹ ਪਰਿਵਾਰ ਸਮਝਦਾ ਸੀ ਕਿ ਸਾਡੇ ਬਹੁਤ ਵੱਡੇ ਪੁੰਨ ਨੇ, ਸਾਨੂੰ ਹੁਣ ਦਰਗਾਹ ਵਿੱਚ ਥਾਂ ਮਿਲ ਜਾਵੇਗੀ। ਵੇਖੋ ਸਾਨੂੰ ਥਾਂ ਮਿਲ ਜਾਵੇਗੀ, ਥਾਂ ਮਿਲ ਜਾਵੇਗੀ। ਤੇ ਜਿਹੜੇ ਅਮੀਰ ਹੁੰਦੇ ਸਨ ਉਹ ਮਾਇਆ ਦੇ ਨਾਲ ਦਾਨ ਪੁੰਨ ਕਰਦੇ ਸਨ, ਗਰੀਬਾਂ ਨੂੰ ਲੰਗਰ ਲਾ ਦੇਣਾ, ਕੋਈ ਮਾਇਆ ਦੇ ਦਿੱਤੀ। ਉਹਨਾਂ ਨੇ ਵੀ ਇਹ ਸੋਚਣਾ ਵੀ ਅਸੀਂ ਦਾਨ ਪੁੰਨ ਕਰ ਰਹੇ ਹਾਂ ਮਾਇਆ, ਕਿ ਸਾਨੂੰ ਵੀ ਅੱਗੇ ਜਾ ਕੇ ਬਹੁਤ ਸੌਖਾ ਹੋਵੇਗਾ, ਸੁੱਖ ਮਿਲੇਗਾ, ਥਾਂ ਮਿਲ ਜਾਵੇਗੀ। ਵੇਖੋ ਯਾਨੀ ਆਪੋ ਆਪਣਾ ਐਸੇ ਤਰ੍ਹਾਂ ਦੇ ਵਿਚਾਰ ਸਨ, ਪਰ ਕੋਈ ਵਿਰਲਾ ਗੁਰੂ ਨੂੰ ਮਿਲਦਾ ਸੀ, ਜਾ ਕੇ ਮਿਲਦੇ ਨਹੀਂ ਸੀ। ਵੇਖੋ ਮਾਤਾਵਾਂ, ਭੈਣਾਂ, ਧੀਆਂ, ਇਹਨਾਂ ਵਾਸਤੇ ਗੁਰੂ ਨੂੰ ਮਿਲਦਾ ਕੋਈ ਸਾਧਨ ਹੀ ਨਹੀਂ ਸੀਗਾ। ਵੇਖੋ ਕੋਈ ਹੈ ਨਹੀਂ ਸੀ ਸਾਧਨ ਉਸ ਟਾਈਮ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰ ਕੇ ਆਣ ਕੇ ਇਸ ਜਗਤ ਦੇ ਮਾਲਕ ਮਰਦਾਨਾ ਜੀ, ਭਾਈ ਬਾਲਾ ਜੀ ਨੂੰ ਨਾਲ ਲੈ ਕੇ ਨਾ ਆਹ ਸਤਸੰਗ, ਇਹ ਦੀਵਾਨ ਸਜਾਏ ਸਤਿਗੁਰਾਂ ਨੇ। ਫਿਰ ਗੁਰੂ ਜੀ ਨੇ ਵੇਖੋ ਇਹ ਸਤਸੰਗ ਦੀਵਾਨ ਸਜਾਏ, ਭਾਵ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਪੁਲ ਬਣਾ ਦਿੱਤਾ ਸਤਸੰਗਤ ਦਾ। ਬਹੁਤ ਸੌਖਾ ਰਸਤਾ ਗੁਰੂ ਜੀ ਨੇ ਦੇ ਦਿੱਤਾ ਗੁਰੂ ਨੂੰ ਮਿਲਣ ਦਾ ਸਾਧਨ। ਵੇਖੋ ਕੋਈ ਵੀ ਹੁਣ ਇੱਥੇ ਆਣ ਕੇ ਬੈਠੇ, ਚਾਹੇ ਬੱਚਾ ਹੈ, ਚਾਹੇ ਬਜ਼ੁਰਗ ਨੇ, ਕੋਈ ਵੀ ਹੈ, ਮਾਤਾਵਾਂ ਨੇ, ਭੈਣਾਂ, ਧੀਆਂ, ਸਭ ਗੁਰੂ ਨੂੰ ਮਿਲਦਾ ਇਹ ਸਾਧਨ ਹੈ। ਵੇਖੋ ਬਹੁਤ ਸੌਖਾ ਰਸਤਾ ਹੈ। ਬਾਬਾ ਜੀ ਕਈ ਵਾਰ ਬਚਨਾਂ 'ਚ ਮੋਹਰ ਲਾਇਆ ਕਰਦੇ ਨੇ, ਪਰ ਇਸ ਪੁਲ ਦੇ ਉੱਪਰ ਦੀ ਲੰਘਣ ਵਾਸਤੇ ਨਾ ਅੱਗੇ ਵੀ ਬਹੁਤ ਔਖਾ ਹੁੰਦਾ ਹੈ। ਨਦੀਆਂ ਆਉਂਦੀਆਂ ਨੇ ਪੁਲ ਪਾਰਨ ਕਰਨ ਵਾਸਤੇ। ਵੇਖੋ ਕਿਵੇਂ ਕਿ ਇੱਥੇ ਕਈ ਬੈਠਦੇ ਨੇ, ਪਰ ਮਨ ਕਿਤੇ ਹੋਰ ਭਟਕਦਾ ਤੁਰਿਆ ਫਿਰਦਾ ਹੈ। ਮਨ ਮੈਂ ਫਲਾਣੇ ਨੂੰ ਫੋਨ ਕਰਿਆ ਸੀ ਵੀ ਆਇਆ ਕਿ ਨਹੀਂ ਆਇਆ, ਵੀ ਕੱਲ੍ਹ ਲੰਗਰ ਵਿੱਚ ਇਹ ਮਿਲਿਆ ਸੀ, ਅੱਜ ਕੀ ਹੋਵੇਗਾ। ਯਾਨੀ ਸਰੀਰ ਹੈ ਪਰ ਮਨ ਕਿਤੇ ਹੋਰ ਭਟਕਦਾ ਤੁਰਿਆ ਫਿਰਦਾ। ਵੇਖੋ ਪਰ ਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਵੀ ਤੇਰਾ ਬੈਠਿਆਂ ਦਾ ਫਿਰ ਕੋਈ ਫਾਇਦਾ ਨਹੀਂ ਹੈ, ਪਰ ਤੂੰ ਘਰੋਂ ਸਮਾਂ ਟਾਈਮ ਕੱਢਿਆ ਹੈ, ਤੇ ਫਿਰ ਗੁਰੂ ਤੇਰੇ ਸਹਾਈ ਤੇਰਾ ਕਿਵੇਂ ਬਣੇਗਾ। ਬਚਨ ਕਰਦੇ ਨੇ ਕਿ ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਕਿੱਥੇ ਸੁੱਖ ਹੈ, ਕਥਾ ਕੀਰਤਨ ਸੁਖਦਾਈ। ਫੇਰ ਹੀ ਤੈਨੂੰ ਸੁੱਖ ਮਿਲੇਗਾ। ਬਹੁਤ ਸੌਖਾ ਰਸਤਾ, ਘਰੋਂ ਆਉਣਾ, ਇਸ਼ਨਾਨ ਪਾਣੀ ਕਰਕੇ ਇੱਥੇ ਆਣ ਕੇ ਜੁੜ ਕੇ ਬੈਠ ਜਾਣਾ। ਵੇਖੋ ਬੈਠ ਜਾਣਾ ਇੱਥੇ ਆਣ ਕੇ, ਇੱਕ ਮਨ ਇੱਕ ਚਿੱਤ ਹੋ ਕੇ ਰਾਗੀ ਸਿੰਘ ਕੀਰਤਨ ਕਰਦੇ ਨੇ, ਧਾਰਨਾ ਬਹਿੰਗੂ ਸਿੰਘ ਪੜ੍ਹਦੇ ਨੇ, ਤੇ ਬਚਨ ਹੁੰਦੇ ਨੇ ਦਰਗਾਹੀ ਬਾਬਾ ਜੀ ਦੇ। ਫਿਰ ਵੇਖੋ ਜਿਹੜਾ ਫਿਰ ਬਚਨ ਸੁਣਦਾ ਵੇਖੋ ਲਾਹਾ ਖੱਟ ਲੈਂਦਾ, ਲਾਹਾ ਪ੍ਰਾਪਤ ਕਰ ਲੈਂਦਾ। ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ। ਕੀਰਤਨ ਕਥਾ ਦੇ ਨਾਲ ਹੀ ਜੀਵ ਨੂੰ ਗਿਆਨ ਮਿਲਣਾ ਹੈ। ਗਿਆਨ ਮਿਲਣਾ ਵੀ ਮੈਂ ਇੱਥੇ ਕੀ ਕਰਨ ਵਾਸਤੇ ਆਇਆ, ਮੈਂ ਇੱਥੇ ਕੀ ਕਰ ਰਿਹਾ ਹਾਂ। ਸਤਿਗੁਰੂ ਜੀ ਬਚਨ ਕਰਦੇ ਨੇ, ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ ਤਹਿ ਨਿਕਟ ਨਾ ਆਵੇ। ਵੇਖੋ ਕਿੰਨੇ ਸੌਖੇ ਰਸਤੇ ਨੇ। ਅਸੀਂ ਦੁੱਖ ਦੂਰ ਕਰਨ ਵਾਸਤੇ
ਬਹੁਤ ਜਗ੍ਹਾ ਜਗ੍ਹਾ ਤੁਰੇ ਫਿਰਦੇ ਆ, ਭੱਜੇ ਨੱਠੇ ਫਿਰਦੇ ਆ ਕਿ ਸਾਡਾ ਦੁੱਖ ਦੂਰ ਹੋ ਜਾਵੇ, ਆ ਬਿਮਾਰੀ ਦੂਰ ਹੋ ਜਾਵੇ। ਬਹੁਤ ਦੂਰ ਭੱਜੇ ਫਿਰਦੇ ਹਾਂ। ਵੇਖੋ, ਸੁੱਖ ਪ੍ਰਾਪਤ ਕਰਨ ਦੀ ਖਾਤਰ ਬੜਾ ਪੈਸਾ ਖਰਚ ਕਰਦੇ ਹਾਂ, ਕਿਤੇ ਕਿਤੇ ਤੁਰੇ ਫਿਰਦੇ। ਕਈ ਕੈਨੇਡਾ ਅਮਰੀਕਾ ਜਾਂਦੇ ਨੇ ਸੁੱਖ ਪ੍ਰਾਪਤ ਕਰਨ ਖਾਤਰ, ਵੇਖੋ, ਪਰ ਫਿਰ ਵੀ ਨਹੀਂ ਸੁੱਖ ਮਿਲਦਾ। ਵੇਖੋ, ਪਰ ਗੁਰੂ ਜੀ ਤਾਂ ਵਚਨ ਕਰਦੇ ਨੇ ਕਿ ਸੁੱਖ ਤੈਨੂੰ ਕਿੱਥੇ ਮਿਲਦਾ ਹੈ? ਸੁੱਖ ਤੈਨੂੰ ਸਿਮਰਨ ਦੇ ਵਿੱਚ ਮਿਲੇਗਾ, ਨਾਮ ਜਪਣ ਦੇ ਨਾਲ ਹੀ ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਸ ਬਾਣੀ ਨੇ ਹੀ ਤੇਰੀ ਸਾਰੀ ਚਿੰਤਾ ਦੂਰ ਕਰ ਦੇਣੀ ਹੈ। ਇਸ ਬਾਣੀ ਨੇ, ਵੇਖੋ, ਜਿਹੜੀ ਧੁਰ ਦਰਗਾਹ ਦੇ ਵਿੱਚੋਂ ਇਹ ਬਾਣੀ ਸਤਿਗੁਰਾਂ ਨੇ ਆਪਣੀ ਖਾਤਰ ਲਿਆਂਦੀ ਹੈ। ਵੇਖੋ, ਸੋ ਇਸ ਕਰਕੇ ਇਹ ਸਮਾਂ ਸੁਭਾਗਾ ਕਰਮਾਂ ਦੇ ਨਾਲ ਆਪਾਂ ਨੂੰ ਮਿਲਿਆ ਹੈ। ਬੈਠ ਕੇ ਸਰਵਣ ਕਰਾਂਗੇ। ਸਤਿਗੁਰੂ ਜੀ ਵਚਨ ਕਰਦੇ ਨੇ ਕਿ ਗਾਵੀਏ ਸੁਣੀਏ ਮਨ ਰੱਖੀਏ ਪਾਓ। ਵੇਖੋ, ਜਦੋਂ ਫਿਰ ਤੁਸੀਂ ਬੈਠੋਗੇ ਨਾ ਇੱਥੇ, ਗੁਰੂ ਜੀ ਬਚਨ ਕਰਦੇ ਨੇ ਗਾਵੀਏ ਸੁਣੀਏ। ਆਪਾਂ ਹੁਣ ਸੁਣ ਵੀ ਰਿਹਾ, ਕੀਰਤਨ ਸੁਣਿਆ ਵੀ ਹੈ। ਸਭ ਨੇ ਗੁਰੂ ਦੀ ਉਸਤਤ ਵਡਿਆਈ, ਗੁਰਮੁਖ ਸਿੰਘਾਂ ਨੇ ਸਭ ਨੇ ਵਡਿਆਈ ਕੀਤੀ। ਗਾਵੀਏ, ਵੇਖੋ, ਸੁਣੀਏ, ਗਾਇਆ ਵੀ ਰਸਨਾ ਨਾਲ ਸੁਣੀਏ। ਤੇ ਮਨ ਵਿੱਚ ਜ਼ਰੂਰ ਭਾਵ ਹੋਣਾ ਚਾਹੀਦਾ। ਕੀ ਭਾਵ? ਡਰ ਗੁਰੂ ਦਾ ਅੰਦਰ ਹੋਵੇ ਵੀ ਗੁਰੂ ਮੈਨੂੰ ਬੈਠਾ ਵੇਖ ਰਿਹਾ। ਮਨ ਦੇ ਵਿੱਚ ਜਦੋਂ ਤੇਰੇ ਮਨ ਵਿੱਚ ਭਾਵ ਹੋ ਜਾਵੇਗਾ ਨਾ ਵੀ ਗੁਰੂ ਮੈਨੂੰ ਵੇਖਦਾ, ਮੈਂ ਸਿਮਰਨ ਕੀਤਾ, ਕਿਹੜੀ ਅੰਦਰ ਭਾਵਨਾ ਰੱਖੀ, ਕੀ ਫੌਰਨਾ ਸੀ, ਮਨ ਰੱਖੀ ਹੈ ਭਾਵ, ਇਹ ਜ਼ਰੂਰ ਹੈ। ਫਿਰ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਫਿਰ ਤੇਰੇ ਸਾਰੇ ਦੁੱਖ ਗੁਰੂ ਰੱਖ ਲਵੇਗਾ, ਪਰਾਂ ਕਰ ਦੇਵੇਗਾ। ਫਿਰ ਤੈਨੂੰ ਇੱਥੋਂ ਗੁਰੂ ਸੁੱਖ ਦੇ ਕੇ ਤੈਨੂੰ ਤੋਰੇਗਾ, ਸੁੱਖ ਦੇ ਕੇ ਤੈਨੂੰ ਤੋਰੇਗਾ। ਵੇਖੋ, ਸੁੱਖ ਦੇ ਕੇ ਤੋਰੇਗਾ। ਸੋ ਇਸ ਕਰਕੇ ਕਰਮਾਂ ਨਾਲ ਇਹ ਸਮਾਂ ਆਪਾਂ ਨੂੰ ਸੁਭਾਗਾ ਮਿਲਿਆ। ਵੇਖੋ, ਜਿਨ੍ਹਾਂ ਨੇ ਕਥਾ ਕੀਰਤਨ ਸੁਣ ਕੇ ਜੀਵਨ ਬਦਲਿਆ, ਜਿਵੇਂ ਬੀਬੀ ਰਜਨੀ ਹੋਈ। ਬੀਬੀ ਰਜਨੀ, ਵੇਖੋ, ਪਿਤਾ ਰਾਜਾ ਸੀ ਉਸਦਾ ਪਿਤਾ, ਤੇ ਪਰ ਹੰਕਾਰੀ ਬਹੁਤ ਜ਼ਿਆਦਾ ਸੀ ਉਹ। ਜਦੋਂ 7 ਲੜਕੀਆਂ 6 ਲੜਕੀਆਂ ਹੋਈਆਂ ਨਾ, ਤੇ ਬਹੁਤ ਮੰਦਰਾਂ ਦੇ ਵਿੱਚ ਜਾ ਕੇ ਪ੍ਰਾਰਥਨਾ ਕਰੀ, ਬਹੁਤ ਹਵਨ ਵੀ ਪਾਏ, ਬਹੁਤ ਕੁਝ ਕੀਤਾ ਉਸਨੇ। ਤੇ 7ਵੇਂ ਬੱਚੇ ਦੀ ਮੀਰਵਾਰੀ ਹੋਈ ਤਾਂ ਬੜਾ ਹੰਕਾਰ ਵਿੱਚ ਫਿਰ ਹਰ ਇੱਕ ਨੂੰ ਕਹਿੰਦਾ ਸੀ ਵੀ ਮੈਂ ਤੈਨੂੰ ਆਹ ਕੁਝ ਦੇ ਦੇਵਾਂਗਾ, ਸਭ ਕੁਝ ਕਰ ਦੇਵਾਂਗਾ, ਪਰ ਮੇਰੇ ਘਰ ਪੁੱਤਰ ਹੋਵੇ। ਬਹੁਤ ਕੁਝ ਕੀਤਾ ਪਰ ਹੰਕਾਰ ਦੇ ਵਿੱਚ ਰਹਿ ਕੇ। ਵੇਖੋ, ਗੁਰੂ ਜੀ ਬਚਨ ਕਰਦੇ ਨੇ, ਹੰਕਾਰੀਆਂ ਨਿੰਦਕਾ ਪਿੱਠ ਦੇ। ਜਿਹੜਾ ਹੰਕਾਰੀਆ, ਵੇਖੋ, ਤੇ ਫਿਰ ਵੇਖੋ ਉਸਦਾ ਪਰਿਵਾਰ, ਰਾਣੀ, ਜਾਣੀ ਜਿਹੜੀ ਵਿਚਾਰਾ ਨਾ ਕਥਾ ਦੀ, ਕੀਰਤਨ ਦੀ, ਵੀ ਕਿਸ ਤਰ੍ਹਾਂ ਜੀਵ ਨੂੰ ਕੀ ਪ੍ਰਾਪਤ ਹੁੰਦਾ। ਤੇ ਰਾਣੀ ਸੀ ਉਹ ਵੀ ਫਿਰ ਰੱਬ ਵਾਲੇ ਪਾਸੇ ਤੁਰੀ, ਭਗਵਾਨ ਦੀ ਉਹ ਵੀ ਪੂਜਾ ਕਰਦੀ ਸੀ। ਮੰਦਿਰ ਵਿੱਚ ਜਾਣਾ, ਕਥਾ ਸੁਣਨੀ, ਯਾਨੀ ਗੁਰੂ ਵਾਲੇ ਪਾਸੇ, ਭਗਵਾਨ ਵਾਲੇ ਪਾਸੇ ਜ਼ਿਆਦਾ ਤੁਰੀ, ਭਗਵਾਨ ਵਾਲੇ ਪਾਸੇ। ਤੇ ਜਦੋਂ ਜਨਮ ਹੋਇਆ ਤਾਂ ਫਿਰ ਲੜਕੀ ਜਨਮ ਹੋਇਆ, ਲੜਕੀ ਦਾ ਰਜਨੀ ਨਾਮ ਰੱਖਿਆ ਗਿਆ ਉਸਦਾ। ਤੇ ਰਾਜਾ ਫਿਰ ਇਤਨਾ ਜ਼ਿਆਦਾ ਹੰਕਾਰੀ ਹੋ ਗਿਆ, ਮਨਮੁਖ ਬਣਿਆ ਰਾਜਾ। ਹਉਮੈ ਵਿੱਚ ਹੋਰ ਹਉਮੈ ਵੱਧ ਗਈ। ਕਹਿਣ ਲੱਗਿਆ ਕੋਈ ਪਰਮਾਤਮਾ ਨਹੀਂ ਹੈ ਧਰਤੀ ਤੇ, ਕੋਈ ਮੰਦਰ ਵਿੱਚ ਕੁਝ ਨਹੀਂ ਹੈ, ਹਵਨ ਕਰਾਉਣ ਵਿੱਚ ਕੁਝ ਨਹੀਂ ਪਿਆ, ਵੇਦ ਸ਼ਾਸਤਰ ਕੁਝ ਨਹੀਂ ਕਰ ਸਕਦੇ, ਹੈ ਕੁਝ ਨਹੀਂ। ਮੇਰੇ ਲੜਕੀ, ਮੈਂ ਬਹੁਤ ਕੁਝ ਕੀਤਾ ਸੀ, ਮੇਰੇ ਤਾਂ 7ਵੀਂ ਲੜਕੀ ਪੈਦਾ ਹੋਈ ਹੈ। ਬਹੁਤ ਵੱਡਾ ਵਿਸ਼ਵਾਸ ਸਭ ਟੁੱਟ ਗਿਆ, ਉਸਦਾ ਟੁੱਟ ਗਿਆ। ਵੇਖੋ ਵਿਸ਼ਵਾਸ,
ਪਰ ਉਹ ਰੱਬ ਪਰਮਾਤਮਾ ਬੈਠਾ ਵੇਖੋ, ਵੇਖ ਰਿਹਾ ਹੋ। ਸਮਾਂ ਹੁੰਦਾ ਗਿਆ, ਜਦੋਂ ਲੜਕੀ ਵੱਡੀ ਹੋਈ ਨਾ, ਲੜਕੀ ਵੱਡੀ ਹੋਈ 18-19 ਸਾਲ ਦੀ ਰਜਨੀ, ਤੇ ਰਾਜਾ ਹੰਕਾਰ ਵਿੱਚ ਸਭ ਨੂੰ ਪੁੱਛਦਾ ਵੀ ਤੁਸੀਂ ਕਿਸ ਦਾ ਦਿੱਤਾ ਖਾਣੇ। ਸੌਣਾ ਚਾਹੁੰਦਾ ਸੀ ਹਉਮੈ ਦੇ ਵਿੱਚ, ਵੇਖੋ ਵੀ ਹਾਂ ਮੈਨੂੰ ਮੇਰੀਆਂ ਲੜਕੀਆਂ ਮੈਨੂੰ ਕਹਿਣਗੀਆਂ। ਸਭ ਨੇ ਹੀ ਕਿਹਾ ਨਹੀਂ ਪਿਤਾ ਜੀ, ਅਸੀਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ, ਤੁਸੀਂ ਦੇ ਰਹੇ ਹੋ, ਬਸ ਤੁਸੀਂ ਸਾਡੇ ਮਹਾਨ ਹੋ, ਰਾਜੇ ਹੋ ਤੁਸੀਂ ਤਾਂ। ਪਰ ਰਜਨੀ ਉਹ ਚੁੱਪ ਕਰੀ ਰਹੀ। ਕਿਉਂ? ਉਸਨੂੰ ਪਤਾ ਸੀ, ਛੋਟੇ ਹੁੰਦੇ ਹੀ ਲਗਨ ਸੀ। ਜਦੋਂ ਛੋਟੀ ਸੀ ਨਾ, 7-8 ਸਾਲ ਦੀ ਸੀ, ਉਦੋਂ ਉਹ ਮੰਦਰ ਵਿੱਚ ਕਥਾ ਸੁਣ ਜਾਂਦੀ ਹੁੰਦੀ ਸੀ, ਮੰਦਰ ਦੇ ਵਿੱਚ। ਪਰ ਰਾਜਾ ਰੋਕਦਾ ਸੀ। ਪਰ ਵੇਖੋ ਅਸਰ, ਵੇਖੋ ਕੈਸਾ। ਮਾਤਾ ਪਹਿਲਾਂ ਜਾਂਦੀ ਸੀ ਤੇ ਉਹੀ ਅਸਰ ਉਸ ਬੱਚੇ ਤੇ ਵੇਖੋ ਹੋਇਆ, ਰਜਨੀ ਤੇ। ਉਹਦੀ ਲਗਨ ਵੀ ਪਰਮਾਤਮਾ ਵਾਲੇ ਪਾਸੇ ਹੋਈ, ਪਰਮਾਤਮਾ ਵਾਲੇ ਪਾਸੇ ਹੋਈ। ਭਜਨ ਕਰਨ ਵਾਲੀ ਸੀ ਉਹ ਲੜਕੀ, ਵੇਖੋ ਰਜਨੀ। ਸਮਾਂ ਹੋਇਆ ਜਦੋਂ ਰਾਜਾ ਪੁੱਛਦਾ, ਸਾਰਿਆਂ ਨੇ ਪੁੱਛਿਆ, ਸਭ ਤੋਂ ਛੋਟੀ ਸਭ ਨਾਲ ਪ੍ਰੇਮ ਹੈ ਬੱਚੇ ਦਾ ਘਰ ਵਿੱਚ। ਆਪਾਂ ਨੂੰ ਵੀ ਪਤਾ, ਸਭ ਤੋਂ ਛੋਟਾ ਬੱਚਾ ਹੁੰਦਾ ਨਾ, ਘਰ ਦੇ ਸਭ ਤੋਂ ਵੱਧ ਉਸ ਦਾ ਮੋਹ ਕਰਦੇ ਨੇ। ਕੋਈ ਵੀ ਹੋਵੇ, ਚਾਹੇ ਲੜਕਾ ਹੈ ਚਾਹੇ ਲੜਕੀ ਹੈ, ਸਭ ਤੋਂ ਛੋਟਾ ਬੱਚੇ ਨੂੰ ਸਭ ਤੋਂ ਵੱਧ ਮੋਹ ਹੁੰਦਾ ਪਰਿਵਾਰ ਨੂੰ। ਵੇਖੋ ਹੁਣ ਰਜਨੀ, ਰਾਜੇ ਨੇ ਕੋਲੇ ਬੁਲਾਇਆ, ਹਾਂ ਪੁੱਤ ਦੱਸ ਤੂੰ ਕਿਸ ਦਾ ਦਿੱਤਾ ਖਾਨੀ ਹੈ। ਰਾਜਾ ਪੁੱਛਦਾ। ਉਹ ਫਿਰ ਕਹਿਣ ਲੱਗੇ, ਪਿਤਾ ਜੀ ਠੀਕ ਹੈ, ਤੁਸੀਂ ਸਾਨੂੰ ਜਨਮ ਦਿੱਤਾ, ਠੀਕ ਹੈ, ਪਰ ਦਿੱਤਾ ਤਾਂ ਆਪਾਂ ਸਾਰੇ ਪਰਮਾਤਮਾ ਦਾ ਹੀ ਖਾਂਦੇ ਹਾਂ। ਉਸ ਪ੍ਰਭੂ ਅਕਾਲ ਪੁਰਖ ਦਾ ਹੀ ਦਿੱਤਾ ਆਪਾਂ ਖਾਂਦੇ ਹਾਂ। ਰਾਜਾ ਗੁੱਸੇ ਵਿੱਚ ਆਇਆ। ਉਸਦੇ ਰਾਣੀ ਨੇ ਵੀ ਸਮਝਾਇਆ, ਮਾਤਾ ਨੇ ਵੀ ਨਹੀਂ ਪੁੱਤ, ਕੋਈ ਨਾ, ਵੀ ਤੇਰਾ ਪਿਤਾ ਹੈ, ਜੇ ਕਹਿੰਦਾ ਵੀ ਕੋਈ ਨਾ ਤੂੰ ਕਹਿ ਦੇ। ਉਹਨੇ ਫੇਰ ਕਿਹਾ, ਨਹੀਂ ਠੀਕ ਹੈ ਮਾਂ, ਵੀ ਤੁਸੀਂ ਜਨਮ ਦਿੱਤਾ, ਪਰ ਪਾਲ ਤਾਂ ਆਪਾਂ ਨੂੰ ਰੱਬ ਰਿਹਾ ਨਾ। ਪਿਤਾ ਨੂੰ ਕਹਿਣ ਲੱਗੇ ਵੀ ਜਿਹੜਾ ਤੁਹਾਨੂੰ ਰਾਜ ਵੀ ਮਿਲਿਆ ਨਾ, ਇਹ ਵੀ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਤੁਹਾਨੂੰ ਰਾਜ ਮਿਲਿਆ ਹੈ, ਤਾਂ ਤੁਸੀਂ ਰਾਜੇ ਬਣੇ। ਹਾਂ, ਯਾਨੀ ਇੰਨਾ ਭਰੋਸਾ ਵਿਸ਼ਵਾਸ ਉਸ ਰਾਣੀ ਦਾ, ਉਸ ਰਜਨੀ ਦਾ। ਵੇਖੋ ਗੁੱਸੇ ਵਿੱਚ ਆਇਆ, ਫਿਰ ਇੰਨਾ ਹੰਕਾਰੀ ਹੋਇਆ ਨਾ, ਕਹਿਣ ਲੱਗਾ ਮੈਂ ਤੇਰਾ ਪਰਮਾਤਮਾ ਵੇਖ ਲੂੰਗਾ, ਕੀ ਕਰਦਾ ਤੇਰਾ ਪਰਮਾਤਮਾ। ਮੰਤਰੀਆਂ ਨੂੰ ਕਿਹਾ, ਨੌਕਰਾਂ ਨੂੰ ਕਿਹਾ, ਲਿਆਓ ਹੁਣੀ ਇਸ ਦਾ ਵਿਆਹ ਮੈਂ ਕਰਨਾ ਚਾਹੁੰਦਾ ਹਾਂ। ਕਿਸ ਦੇ ਨਾਲ? ਪਿੰਗਲੇ ਦੇ ਨਾਲ। ਪਿੰਗਲੇ ਨਾਲ ਇਸ ਦਾ ਵਿਆਹ ਕਰ ਦੇਣਾ ਮੈਂ। ਤੇ ਲਿਆਂਦਾ ਫਿਰ ਪਿੰਗਲਾ ਵੀ। ਵੇਖੋ ਤੇ ਉਹ ਪਿੰਗਲਾ ਵੀ ਵੇਖੋ ਕੈਸਾ, ਜਨਮ ਤੋਂ ਹੀ ਪਿੰਗਲਾ ਸੀ ਉਹ, ਜਨਮ ਤੋਂ ਹੀ ਹੱਥ ਪੈਰ ਕੁੰਡ ਮੁੜੇ ਵੇ ਸਨ, ਤੁਰ ਨਹੀਂ ਸੀ ਸਕਦਾ। ਵੇਖੋ ਕੋੜੀ ਵੀ ਸੀ, ਕੋੜ ਵੀ ਹੋਇਆ ਵਾ ਸੀ ਉਸਨੂੰ, ਵੇਖੋ ਕੋੜ ਵੀ ਹੋਇਆ ਵਾ। ਤੇ ਲਿਆਂਦਾ ਤੇ ਵਿਆਹ ਕਰਨ ਲੱਗੇ। ਤੇ ਰਜਨੀ ਨੇ ਕੋਈ ਰੌਲਾ ਨਹੀਂ ਪਾਇਆ, ਕੋਈ ਰੌਲਾ ਨਹੀਂ ਪਾਇਆ ਵੀ ਨਹੀਂ ਵੀ ਮੇਰਾ ਪਤੀ ਵਧੀਆ ਹੋਣਾ ਚਾਹੀਦਾ ਹੈ। ਨਹੀਂ ਤਾਂ ਅੱਜ ਕੱਲ੍ਹ ਬਹੁਤ ਰੌਲੇ ਪੈ ਜਾਂਦੇ ਨੇ। ਵੇਖੋ ਬਹੁਤ ਨਹੀਂ ਜੀ, 7 ਕਿੱਲਿਆਂ ਵਾਲਾ ਮੁੰਡਾ ਹੋਵੇ, ਵਧੀਆ ਹੋਵੇ, ਬਾਹਰੋਂ ਆਇਆ ਵਾ, ਮਾਇਆ ਹੋਵੇ, ਵਧੀਆ ਵਧੀਆ ਪੜ੍ਹਿਆ ਲਿਖਿਆ ਹੋਵੇ, ਕੋਈ ਨੌਕਰੀ 'ਤੇ ਹੀ ਲੱਗਿਆ ਹੋਵੇ, ਬਈ ਫੇਰ ਹੀ ਮੈਂ ਤਾਂ ਵਿਆਹ ਕਰਾਊਂ। ਵੇਖੋ ਪਰ ਨਹੀਂ, ਵੀ ਜੋ ਮਾਤਾ ਪਿਤਾ ਦਾ ਫਰਜ਼ ਹੈ। ਵੇਖੋ ਮਾਤਾ ਪਿਤਾ ਦਾ ਸਾਰਾ ਜ਼ਿੰਦਗੀ, ਸਾਰੀ ਉਮਰ ਲੰਘ ਜਾਂਦੀ ਹੈ ਬੱਚਿਆਂ ਨੂੰ, ਤੇ ਪਰ ਪਤਾ ਹੁੰਦਾ ਉਹਨਾਂ ਨੂੰ। ਵੇਖੋ ਹੁਣ ਵੇਖੋ, ਪਰ ਰਜਨੀ ਦੇ ਅੰਦਰ ਭਾਵਨਾ ਹੈ, ਪ੍ਰੇਮ ਹੈ ਗੁਰੂ ਪ੍ਰਤੀ, ਗੁਰੂ ਪ੍ਰਤੀ। ਕਿਉਂ? ਉਹ ਸੁਣਦੀ ਸੀ, ਕਥਾ ਸੁਣਦੀ ਸੀ, ਉਹ ਭਜਨ ਸੁਣਦੀ ਸੀ ਭਗਵਾਨ ਦੇ। ਵੇਖੋ ਮੰਦਰ ਵਿੱਚ ਜਾ ਕੇ, ਪਰ ਉਸ ਦਾ ਭਰੋਸਾ ਇੱਕ ਭਗਵਾਨ ਤੇ ਰੱਬ ਤੇ ਪਰਮੇਸ਼ਰ ਤੇ ਟਿਕਿਆ ਵਾ ਸੀ, ਟਿਕਿਆ ਵਾ ਸੀ ਵੀ ਚਲੋ ਕੋਈ ਨਾ, ਜੇ ਮੈਨੂੰ ਕੋੜੀ ਮਿਲ ਗਿਆ ਤਾਂ ਇਹ ਵੀ ਮੇਰਾ ਪਤੀ ਪਰਮੇਸ਼ਰ ਹੈ, ਬਸ
ਉੱਥੇ ਹੀ ਖੜ ਗਈ ਉਹ ਵੀ ਜੋ ਮਿਲ ਗਿਆ ਮੈਨੂੰ ਇਹ ਗੁਰੂ ਦੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਮੈਨੂੰ ਮਿਲਿਆ, ਵੀ ਇਹ ਮੇਰੇ ਕਰਮਾਂ ਦਾ ਚੱਕਰ ਹੈ। ਕੋਈ ਨਾ, ਜੇ ਮਿਲ ਗਿਆ ਤਾਂ ਇਹ ਮੇਰਾ ਪਤੀ ਪਰਮੇਸ਼ਰ ਹੈ। ਵੇਖੋ, ਪਤੀ ਪਰਮੇਸ਼ਰ ਮੰਨਿਆ ਉਸਨੇ, ਪਰਮੇਸ਼ਰ ਮੰਨਿਆ। ਤੇ ਫਿਰ ਵੇਖੋ, ਤੇ ਲੈ ਕੇ ਫਿਰ ਸਭ ਥਾਈਂ ਜਾਂਦੀ ਰਹੀ। ਉਸ ਪਿੰਗਲੇ ਨੂੰ ਖਿੱਚ ਕੇ ਲੈ ਕੇ ਜਾਂਦੀ ਸੀ, ਖਿੱਚ ਕੇ ਬਹੁਤ। ਤੇ ਲੜਕੀ ਸੀ ਰਾਜੇ ਦੀ, ਅਕਸਰ ਪੜ੍ਹੀ ਵੀ ਸੀ, ਰੱਬ ਵੱਲੋਂ ਸੁਹੱਪਣ ਵੀ ਸੀ। ਤੇ ਬਹੁਤ ਲੋਕਾਂ ਨੇ ਵੀ ਮਿਹਣੇ ਤਾਨੇ ਵੀ ਮਾਰੇ, ਕਿਹਾ ਵੀ ਤੂੰ ਇਹਨੂੰ ਛੱਡ ਦੇ ਪਿੰਗਲੇ ਨੂੰ, ਵੀ ਚੱਲ ਅਸੀਂ ਤੈਨੂੰ ਚੰਗਾ ਵਸਾਵਾਂਗੇ, ਚੰਗਾ ਰੱਖਾਂਗੇ। ਬਹੁਤ ਕਿਹਾ ਲੋਕਾਂ ਨੇ, ਪਰ ਉਹ ਇੱਕ ਪਤੀ ਪਰਮੇਸ਼ਰ ਤੇ ਟਿਕੀ ਰਹੀ। ਨਹੀਂ, ਵੀ ਮੇਰਾ ਇਹ ਪਤੀ ਪਰਮੇਸ਼ਰ ਹੈ, ਜੋ ਮਿਲ ਗਿਆ ਮੈਨੂੰ ਰੱਬ ਨੇ ਦਿੱਤਾ ਹੈ, ਵੀ ਮੈਨੂੰ ਇਹ ਮਨਜ਼ੂਰ ਹੈ। ਵੇਖੋ, ਕਿਤੇ ਪਾਸੇ ਆਸੇ ਨਹੀਂ ਭੱਜੀ ਨਾਠੀ, ਕਿਤੇ ਨਹੀਂ ਗਈ। ਵੇਖੋ, ਕਿਤੇ ਵੀ ਨਹੀਂ। ਸਮਾਂ ਲੰਘਦਾ ਗਿਆ। ਵੇਖੋ, ਹੌਲੀ ਹੌਲੀ ਕਿਤੇ ਮੰਦਿਰ ਵਿੱਚ, ਕਿਤੇ ਕਿਸੇ ਜਗ੍ਹਾ ਤੇ, ਕਿਤੇ ਕਿੱਧਰ ਨੂੰ ਗਈ ਉਹ। ਬਹੁਤ ਸਭ ਥਾਈਂ ਗਈ ਤਾਂ ਗਈ ਉਹ, ਗੁਰੂ ਘਰ ਵਿੱਚ ਗਈ ਉਹ, ਚਾਹੇ ਮੰਦਿਰ ਸੀ, ਚਾਹੇ ਕੋਈ ਗੁਰਦੁਆਰਾ, ਕਿਤੇ ਵੀ ਗਈ। ਗਈ ਗੁਰਦੁਆਰੇ ਲੈ ਕੇ। ਵੇਖੋ, ਨਹੀਂ ਤਾਂ ਅੱਜ ਕੱਲ੍ਹ ਵਿਆਹ ਹੁੰਦੇ ਨੇ ਜੀ, ਚਲੋ ਫਲਾਣੇ ਥਾਂ ਚੱਲਦੇ ਹਾਂ ਆਪਾਂ, ਵੀ ਇੱਧਰਲੀ ਜਗ੍ਹਾ ਚੱਲਦੇ ਹਾਂ, ਉੱਥੇ ਬਹੁਤ ਵਧੀਆ ਹੈ, ਇੱਧਰ ਮੌਸਮ ਵਧੀਆ ਹੁੰਦਾ, ਵੀ ਉੱਧਰ ਚੱਲਦੇ ਹਾਂ। ਵੇਖੋ, ਐਵੇਂ ਹੀ ਜੀਵ ਇਸੇ ਤਰ੍ਹਾਂ ਟਾਈਮ ਸਮਾਂ ਲੰਘਾ ਲੈਂਦਾ ਹੈ। ਵੇਖੋ, ਵੀ ਉੱਧਰ ਸ਼ਿਮਲਾ ਹੈ, ਇੱਧਰ ਹੈ, ਉੱਧਰ ਨੂੰ ਚੱਲਦੇ ਹਾਂ। ਤੇ ਫਿਰ ਵੇਖੋ, ਬੱਚੇ ਔਲਾਦ ਵੀ ਐਸੇ ਹੀ ਪੈਦਾ ਹੁੰਦੇ ਨੇ, ਫਿਰ ਉਹ ਵੀ ਤੁਰੇ ਫਿਰਦੇ ਰਹਿੰਦੇ ਆ। ਵੇਖੋ, ਪਰ ਲਗਨ ਹੋਵੇ ਗੁਰੂ ਘਰ ਵੱਲ ਵੀ ਚੱਲੀਏ, ਅਸਥਾਨ 'ਤੇ ਸੇਵਾ ਕਰੀਏ। ਅੱਜ ਆਹ ਸਤਸੰਗ ਹੈ, ਵੀ ਬੱਚਿਆਂ ਨੂੰ ਲੈ ਕੇ ਚੱਲੀਏ। ਮੱਸਿਆ ਦਾ ਦਿਨ ਹੈ, ਪੂਰਨਮਾਸ਼ੀ ਹੈ, ਵੀ ਚਲੋ ਹਰਿਮੰਦਰ ਸਾਹਿਬ ਚੱਲਦੇ ਹਾਂ, ਕੀਰਤਨ ਸੁਣਾਂਗੇ। ਜੇ ਗੁਰੂ ਵਾਲੇ ਪਾਸੇ ਧਿਆਨ ਹੋਵੇ ਤਾਂ ਗੁਰੂ ਫਿਰ ਇਸੇ ਤਰ੍ਹਾਂ ਹੀ ਕਿਰਪਾ ਕਰਦਾ, ਬੱਚਾ ਉੱਧਰ ਨੂੰ ਹੀ ਤੁਰਦਾ, ਗੁਰਸਿੱਖੀ ਵਾਲੇ ਪਾਸੇ। ਵੇਖੋ, ਤੇ ਲਗਨ ਵੇਖੋ ਰਜਨੀ ਦੀ ਲੈ ਕੇ ਜਾਂਦੀ ਰਹੀ, ਸਭ ਥਾਈਂ ਲੈ ਕੇ ਗਈ। ਤੇ ਭਗਤੀ ਵੇਖੋ ਕੈਸੀ ਬਣੀ ਉਸਦੀ, ਪ੍ਰੇਮ ਭਗਤੀ ਪਰਮੇਸ਼ਰ ਦੇ ਨਾਲ ਸੀ। ਤੇ ਹੌਲੀ ਹੌਲੀ ਲੈ ਕੇ ਕਿੱਥੇ ਗਈ, ਆਪਾਂ ਨੂੰ ਸਭ ਨੂੰ ਪਤਾ। ਜਿੱਥੇ ਹਰਿਮੰਦਰ ਸਾਹਿਬ ਬਣਿਆ ਨਾ, ਉਦੋਂ ਹਜੇ ਬਣਿਆ ਨਹੀਂ ਸੀ। ਹਜੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕੋਠਾ ਸਾਹਿਬ 'ਚ ਹੀ ਵਿਰਾਜਦੇ ਸਨ। ਹਜੇ ਕੋਈ ਤਿਆਰੀ ਨਹੀਂ ਸੀ ਹੋਈ। ਹਜੇ ਇਹ ਜਿਹੜਾ ਸਰੋਵਰ ਸੀ, ਇਹ ਉਰਾਂ ਬਹੁਤ ਇੱਕ ਛਪਰੀ ਦੀ ਤਰ੍ਹਾਂ ਸੀ ਇਹ। ਤੇ ਪਰ ਉੱਥੇ ਜਦੋਂ ਇਸ ਦਾ ਪਤੀ ਨੂੰ, ਪਿੰਗਲੇ ਨੂੰ ਬਿਠਾ ਦਿੱਤਾ ਨਾ, ਵੀ ਮੈਂ ਪ੍ਰਸ਼ਾਦਾ ਭੋਜਨ ਲਿਆਵਾਂ ਛਕਣ ਵਾਸਤੇ, ਤੇ ਉਸਦੇ ਪਤੀ ਨੂੰ ਕੀ ਦ੍ਰਿਸ਼ਟਾਂਤ ਆਇਆ, ਵੀ ਇਹ ਜਿਹੜੀ ਛਪਰੀ ਹੈ ਨਾ, ਛੱਪੜ ਹੈ, ਇਸ ਦੇ ਵਿੱਚ ਕਾਲੇ ਕਾਂ ਵੜਦੇ ਨੇ ਤੇ ਚਿੱਟੇ ਹੋ ਕੇ ਨਿਕਲਦੇ ਨੇ। ਉਸ ਨੂੰ ਦ੍ਰਿਸ਼ਟਾਂਤ ਆਇਆ, ਬੜਾ ਹੈਰਾਨ ਹੋਇਆ। ਫਿਰ ਵੇਖਿਆ ਉਸਨੇ, ਵੀ ਹਾਂ, ਉਸਨੇ ਵੇਖਿਆ ਵੀ ਜੇ ਇਸੇ ਤਰ੍ਹਾਂ ਚਿੱਟੇ ਹੋ ਕੇ ਨਿਕਲਦੇ ਨੇ ਤੇ ਫਿਰ ਮੈਂ ਵੀ ਕੋਈ ਕੋਸ਼ਿਸ਼ ਕਰਾਂ। ਤੇ ਹੌਲੀ ਹੌਲੀ ਉਦਮ ਦੇ ਨਾਲ ਰੁੜਦਾ ਫਿਰ ਜਾ ਕੇ ਜਦੋਂ ਇਸ਼ਨਾਨ ਕੀਤਾ, ਵਿੱਚ ਚੁੱਭੀ ਲਾਈ, ਇੱਕ ਬਾਂਹ ਬਾਹਰ ਹੈ, ਜਦੋਂ ਚੁੱਭੀ ਲਾ ਕੇ ਤੇ ਬਾਹਰ ਨਿਕਲਿਆ ਤੇ ਉਸੇ ਟਾਈਮ ਸਾਰਾ ਸਰੀਰ ਹੀ ਉਸਦਾ ਕੰਚਨ ਵਾਂਗ ਹੋ ਗਿਆ, ਠੀਕ ਹੋ ਗਿਆ। ਪਿੰਗਲਾ ਵੀ ਜੋ ਸਰੀਰ ਸਰਜੀਤ ਹੋ ਗਿਆ, ਹਰਾ ਭਰਿਆ ਸਾਰਾ ਸਰੀਰ ਹੋ ਗਿਆ ਉਸਦਾ, ਸਾਰਾ ਹੀ ਸਰੀਰ। ਵੇਖੋ, ਭਗਤੀ ਬਣੀ ਉਸਦੀ ਲੜਕੀ ਦੀ। ਵੇਖੋ, ਗੁਰੂ ਘਰ ਲੈ ਕੇ ਜਾਂਦੀ ਰਹੀ, ਪਰਾਂ ਨਹੀਂ ਹੋਈ ਗੁਰੂ ਤੋਂ। ਕੋਈ ਗੁਰੂ ਨੂੰ ਮਾੜਾ ਨਹੀਂ ਕਿਹਾ ਵੀ ਮੈਨੂੰ ਐਸਾ ਪਤੀ ਦੇ ਦਿੱਤਾ। ਵੇਖੋ, ਇੱਥੇ ਬਾਬਾ ਜੀ ਸੰਗਤ ਭਗਤਾਉਂਦੇ ਸਨ ਤੇ ਸੰਗੀ ਸਨ, ਖੰਨੇ ਦੇ ਕੋਲੇ ਨੇੜੇ ਪਿੰਡ ਹੈ। ਉਹ ਲੜਕੀ ਦਾ ਵਿਆਹ ਤਾਂ ਹੋ ਗਿਆ, ਤੇ ਫਿਰ ਉਹ ਬਾਬਾ ਜੀ ਕੋਲੇ ਆਣ ਕੇ ਰੋਣ ਲੱਗੀ, ਕਹਿਣ ਲੱਗੀ ਜੀ ਕਿਰਪਾ ਕਰੋ, ਵੀ ਚਲੋ ਵਿਆਹ ਤਾਂ ਵਧੀਆ ਹੋ ਗਿਆ, ਪਰ ਪਤੀ ਆ ਨਾ, ਉਹ ਸ਼ਰਾਬ ਪੀਂਦਾ ਹੈ। ਵੀ ਇਸ ਤਾਂ ਪਹਿਲਾਂ ਦੇ ਸੰਗੀ ਸੀ,
ਵੀ ਕਿਤੇ ਸ਼ਰਾਬ ਦਾ ਵੇਖਿਆ, ਸੋਚਿਆ ਹੀ ਨਹੀਂ ਸੀ, ਪਰ ਉਹ ਸ਼ਰਾਬ ਪੀਂਦਾ ਹੈ। ਵੀ ਕਿਰਪਾ ਕਰੋ, ਵੀ ਮੈਂ ਔਖੀ ਹਾਂ, ਵੀ ਮੈਂ ਤਲਾਕ ਲੈਣਾ ਚਾਹੁੰਦੀ ਹਾਂ, ਛੱਡਣਾ ਚਾਹੁੰਦੀ ਹਾਂ। ਬਾਬਾ ਜੀ ਬਚਨ ਕਰਨ ਲੱਗੇ, ਨਹੀਂ ਬਈ, ਗੁਰੂ ਘਰ ਗੁਰੂ ਦੇ ਕੋਲੇ ਲਾਵਾਂ ਹੋਈਆਂ ਨੇ, ਗੁਰੂ ਦੇ ਕੋਲੇ ਬਚਨ ਹੋਏ ਨੇ, ਤੇਰੇ ਲਾਵਾਂ ਹੋ ਗਈਆਂ, ਤੂੰ ਹੁਣ ਇਹੀ ਉਦਮ ਕਰ। ਬਾਬਾ ਜੀ ਨੇ ਗੁਟਕਾ ਦਿੱਤਾ ਜਪਜੀ ਸਾਹਿਬ ਦਾ, ਵੀ ਤੂੰ ਜਪਜੀ ਸਾਹਿਬ ਦਾ ਪਾਠ ਕਰ। ਵੇਖੋ, ਸਵੇਰੇ 5 ਪਾਠ ਕਰਨੇ ਜਪਜੀ ਸਾਹਿਬ ਦੇ, ਤੇ ਸ਼ਾਮ ਨੂੰ ਵੀ ਤੂੰ 5 ਪਾਠ ਕਰਨੇ, ਤੇ ਅਰਦਾਸ ਬੇਨਤੀ ਕਰਨੀ, ਅੱਗੇ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਰੱਖਣਾ, ਜੋਤ ਲਾਉਣੀ ਸੁਬਾਹ ਵੀ ਸ਼ਾਮ ਨੂੰ ਵੀ, ਤੇ ਤੂੰ ਬੇਨਤੀ ਕਰਨੀ ਆ, ਸੱਚੇ ਪਾਤਸ਼ਾਹ ਤੁਹਾਡੇ ਸਿੱਖ ਹਾਂ, ਕਿਰਪਾ ਕਰੋ, ਮੇਰਾ ਪਤੀ ਜਿਹੜਾ ਤੁਸੀਂ ਮੈਨੂੰ ਦਿੱਤਾ ਹੈ, ਕਿਰਪਾ ਕੀਤੀ ਹੈ, ਤੁਸੀਂ ਇਸ ਦਾ ਮਨ ਮੋੜ ਦਿਓ ਇੱਧਰਲੇ ਪਾਸਿਓਂ। ਤੂੰ 10 ਪਾਠ ਬਾਬਾ ਜੀ ਬਚਨ ਕਰਨ ਲੱਗੇ ਕਰਕੇ, ਤੇ ਤੂੰ ਅਰਦਾਸ ਬੇਨਤੀ ਕਰੀ। ਇਹ ਉਹ ਰੋ ਰਹੀ ਸੀ। ਬਾਬਾ ਜੀ ਬਚਨ ਕਰਨ ਲੱਗੇ, ਵੀ ਵੇਖੀ ਬਚਨ ਮੰਨਿਓ। ਸਮਾਂ ਹੋਇਆ ਵੇਖੋ, ਤੇ ਹਫ਼ਤਾ ਉਸਨੇ ਇਸੇ ਤਰ੍ਹਾਂ ਕਰਿਆ, ਹਫ਼ਤਾ ਕਰਦੀ ਰਹੀ ਹੋ ਗੁੱਡੀ ਲੜਕੀ। ਵੇਖੋ, ਤੇ ਐਸੀ ਸਤਿਗੁਰਾਂ ਦੀ ਕਿਰਪਾ ਬਣੀ। ਹਫ਼ਤੇ ਬਾਅਦ ਉਹ ਆਪ ਹੀ ਆਈ ਫਿਰ ਲੜਕੀ। ਉਹ ਕਹਿਣ ਲੱਗੀ, ਬਾਬਾ ਜੀ ਵੀ ਬੜੀ ਕਿਰਪਾ ਹੋਈ ਹੈ, ਵੀ ਹੁਣ ਅੱਗੇ ਨਾਲੋਂ ਸ਼ਰਾਬ ਬਹੁਤ ਘੱਟ ਹੈ, ਹੁਣ ਨਹੀਂ ਲੱਗਦਾ ਕਿਤੇ ਪੀਂਦਾ ਹੈ ਉਹ, ਨਹੀਂ ਅੱਗੇ ਬਾਹਰੋਂ ਪੀ ਪੂ ਕੇ ਆ ਜਾਂਦਾ ਸੀ ਸ਼ਰਾਬ, ਅੱਗੇ ਨਾਲੋਂ ਛੱਡ ਗਿਆ। ਬਾਬਾ ਜੀ ਬਚਨ ਕਰਨ ਲੱਗਿਆ, ਕੋਈ ਨਾ ਤੂੰ ਭਰੋਸਾ ਰੱਖ, ਬੇਨਤੀ ਕਰ ਵੀ ਮੈਂ ਇੱਥੇ ਹੀ ਰਹਿਣਾ ਤੇ ਇੱਥੇ ਹੀ ਬਸਣਾ, ਮੈਂ ਕਿਤੇ ਨਹੀਂ ਮੈਂ ਜਾਣਾ ਨਹੀਂ। ਬਾਬਾ ਜੀ ਨੇ ਬਚਨ ਕਰਿਆ, ਤੇ ਕਿਰਪਾ ਐਸੀ ਹੋਈ, ਤੇ ਥੋੜ੍ਹੇ ਦਿਨਾਂ ਬਾਅਦ 3-4 ਦਿਨਾਂ ਬਾਅਦ ਉਹ ਨਾਲ ਉਸਦਾ ਘਰ ਵਾਲਾ, ਉਹਦਾ ਪਤੀ ਵੀ ਫਿਰ ਨਾਲ ਆਇਆ, ਇੱਥੇ ਭੁਗਤਿਆ ਬਾਬਾ ਜੀ ਕੋਲੇ। ਬਾਬਾ ਜੀ ਨੇ ਬਹੁਤ ਸਮੱਤ ਦਿੱਤੀ ਫਿਰ, ਵੀ ਸਰੀਰ ਮਿਲਿਆ। ਹੁਣ ਸ਼ਰਾਬ ਤਾਂ ਰਾਖਸ਼ਾਂ ਦਾ ਖਾਇਆ ਹੈ, ਰਾਖਸ਼ਾਂ ਦਾ ਖਾਇਆ, ਵੀ ਆਪਾਂ ਮਨੁੱਖ ਜੀਵਨ ਸੋਹਣਾ ਮਿਲਿਆ ਤੈਨੂੰ, ਵੀ ਇਸ ਨਾਲ ਤੂੰ ਲਾਹਾ ਖੱਟ। ਬਾਬਾ ਜੀ ਬਚਨ ਕਰਨ ਲੱਗੇ, ਵੀ ਸ਼ਰਾਬੀ ਦੇ ਨੇੜੇ ਕੌਣ ਆਉਂਦਾ? ਕੋਈ ਵੀ ਨਹੀਂ ਨੇੜੇ ਆਉਂਦਾ, ਕੋਈ ਮੋਢਾ ਵੀ ਨਹੀਂ ਲਾਉਂਦਾ ਮਰੇ ਨੂੰ, ਮੂੰਹ ਵੀ ਨਹੀਂ ਵੇਖਦਾ, ਸਾਰੇ ਪਾਸੇ ਹੋ ਜਾਂਦੇ ਨੇ ਵੀ ਇਹ ਤਾਂ ਸ਼ਰਾਬੀ ਹੈ। ਵੀ ਜੇ ਕੋਈ ਗੁਰਸਿੱਖ ਹੋਵੇ ਤਾਂ ਸਾਰੇ ਸਤਿਕਾਰ ਕਰਦੇ ਨੇ, ਸਾਰੇ ਭੱਜ ਕੇ ਆਉਂਦੇ ਨੇ ਬਈ, ਵੀ ਚਲੋ ਵੀ ਆਪਾਂ ਇੱਕ ਵਾਰ ਚੱਲਦੇ ਹਾਂ, ਵੀ ਚੰਗਾ ਸੀ। ਬਾਬਾ ਜੀ ਨੇ ਜਦੋਂ ਐਸੀ ਸਮੱਤ ਦਿੱਤੀ ਨਾ, ਉਹਨੇ ਨੱਕ ਨਾਲ ਲਕੀਰਾਂ ਕੱਢ ਦਿੱਤੀਆਂ। ਕਹਿਣ ਲੱਗਾ, ਮੈਂ ਨਹੀਂ ਅੱਜ ਤੋਂ ਬਾਅਦ ਸ਼ਰਾਬ ਪੀਂਦਾ, ਕਿਰਪਾ ਕਰ ਦਿਓ। ਵੇਖੋ, ਕਿਰਪਾ ਕਰ ਦਿਓ। ਭਾਵ ਜਦੋਂ ਐਸੀ ਕੋਈ ਬਿਪਤਾ ਪੈਂਦੀ ਹੈ, ਕਚਹਿਰੀਆਂ 'ਚ ਨਹੀਂ ਤੁਰਨਾ ਚਾਹੀਦਾ, ਕਿਤੇ ਨਹੀਂ। ਉਦੋਂ ਸਿਰਫ ਇੱਕ ਗੁਰੂ ਦਾ ਆਸਰਾ ਲਵੇ ਜੀਵ, ਗੁਰੂ ਵਾਲੇ ਪਾਸੇ ਤੁਰੇ। ਕੋਈ ਐਸਾ ਸਾਧੂ ਮਹਾਂਪੁਰਖ ਮਿਲ ਜਾਵੇ, ਨਾਮ ਜਪਣ ਵਾਲਾ, ਤੇ ਆਪਣੇ ਆਪ ਫਿਰ ਜੀਵਨ ਦਾ ਪਲਟਾ ਲਿਆ ਦਿੰਦਾ। ਵੇਖੋ, ਹੁਣ ਵੀ ਆਉਂਦੇ ਨੇ, ਵਧੀਆ ਸੰਗਤ ਕਰਦੇ, ਖੰਨੇ ਹਾਜ਼ਰੀਆਂ ਭਰਦੇ। ਵੇਖੋ, ਹੁਣ ਵੇਖੋ, ਰਜਨੀ ਪ੍ਰੇਮਾ ਭਗਤੀ ਉਸਦੀ, ਪਤੀ ਪਰਮੇਸ਼ਰ ਹੈ, ਬਸ ਇੱਥੇ ਖੜੀ ਹੈ। ਤੇ ਜਦੋਂ ਉਸਨੇ ਇਸ਼ਨਾਨ ਪਾਣੀ ਕਰਿਆ, ਤੇ ਵਧੀਆ ਸਰੀਰ ਹੋ ਗਿਆ, ਹਰਾ ਭਰਿਆ ਹੋ ਗਿਆ ਉਸਦੇ ਕੁੜੀ ਦਾ। ਵੇਖੋ, ਬਾਹਰ ਨਿਕਲਿਆ, ਵਧੀਆ ਲੱਤਾਂ, ਹੱਥ ਪੈਰ ਵਧੀਆ। ਤੇ ਜਦੋਂ ਰਜਨੀ ਆਈ ਨਾ ਪ੍ਰਸ਼ਾਦਾ ਲੈ ਕੇ, ਤੇ ਉਹ ਕਹਿਣ ਲੱਗੀ, ਮੇਰਾ ਪਤੀ ਕਿੱਥੇ ਹੈ? ਉਹ ਕਹਿਣ ਲੱਗਿਆ, ਵੀ ਮੈਂ ਹੀ ਤੇਰਾ ਪਤੀ ਹਾਂ। ਕਹਿਣ ਲੱਗੀ, ਨਹੀਂ। ਵੇਖੋ, ਇੰਨਾ ਟਾਈਮ ਸਮਾਂ ਆਪਣੇ ਪਤੀ ਦੇ ਨਾਲ ਰਹੀ, ਤੇ ਲੈ ਕੇ ਵੀ ਆਈ, ਤਾਂ ਵੀ ਫਿਰ ਉਹ ਕਹਿਣ ਲੱਗਿਆ, ਮੈਂ ਤੇਰਾ ਪਤੀ ਹਾਂ। ਉਹ ਕਹਿਣ ਲੱਗੀ, ਨਹੀਂ, ਮੇਰਾ ਪਤੀ ਜਿਹੜਾ ਮੈਨੂੰ ਮੇਰੇ ਮਾਂ ਪਿਓ ਨੇ ਦਿੱਤਾ ਸੀ, ਉਹ ਨਹੀਂ ਹੈ ਤੂੰ। ਉਹ ਕਹਿਣ ਲੱਗਿਆ, ਨਹੀਂ, ਮੈਂ ਹੀ ਕੋੜੀ ਹਾਂ। ਉਹ ਕਹਿਣ ਲੱਗੀ, ਉਹ ਤਾਂ ਬੈਠਾ ਸੀ, ਉਹ ਤਾਂ ਤੁਰ ਫਿਰ ਵੀ ਨਹੀਂ ਸਕਦਾ ਸੀ। ਉਹਨੇ ਫਿਰ ਸਾਰੀ ਗੱਲ ਬਾਤੀ ਦੱਸਿਆ ਕਿ ਮੈਨੂੰ ਇਸੇ ਤਰ੍ਹਾਂ ਸੁਪਨੇ ਵਿੱਚ ਦਿਸਦਾ ਸੀ ਵੀ ਕਾਲੇ ਕਾਂ ਤੇ ਚਿੱਟੇ ਹੋ ਕੇ ਨਿਕਲਦੇ ਨੇ, ਤੇ ਉਹ ਮੈਂ ਆ ਵੇਖਿਆ ਸਾਹਮਣੇ ਬੇਈ ਨਦੀ ਹੈ, ਆ ਬੇਈ ਹੈ। ਮੈਂ ਜਦੋਂ ਇੱਥੇ ਇਸ਼ਨਾਨ ਕਰਿਆ, ਤੇ ਮੇਰਾ ਸਰੀਰ ਵਧੀਆ ਹਰਾ ਭਰਿਆ ਹੋ ਗਿਆ। ਰੌਲਾ ਪੈ ਗਿਆ, ਬਹੁਤ ਰੌਲਾ ਪਿਆ, ਇਤਿਹਾਸ ਵਿੱਚ ਆਉਂਦਾ। ਉਸ ਟਾਈਮ ਫਿਰ ਸਤਿਗੁਰਾਂ ਦੇ ਕੋਲੇ ਫਿਰ ਸਾਰੇ ਗਏ, ਫਿਰ ਰੌਲਾ ਪਿਆ। ਗੁਰੂ ਰਾਮਦਾਸ ਪਾਤਸ਼ਾਹ ਸਤਿਗੁਰੂ ਫਿਰ ਆਪ ਉੱਥੇ ਆਏ। ਗੁਰੂ ਜੀ ਉੱਥੇ ਪਹੁੰਚੇ। ਵੇਖੋ,
ਤੇ ਜਦੋਂ ਬਚਨ ਕਰਨ ਲੱਗੇ ਉਹ ਕਹਿਣ ਲੱਗਾ ਜੀ ਮੈਂ ਹੀ ਇਸ ਦਾ ਪਤੀ ਹਾਂ। ਤੇ ਫਿਰ ਦੱਸਿਆ, ਹੋਰ ਕਹਿਣ ਲੱਗਾ ਵੀ ਆ ਮੇਰੀ ਇੱਕ ਬਾਂਹ ਹੈ ਵਿੰਗੀ, ਹੱਥ ਟੇਢਾ ਸੀ ਵਿੰਗਾ, ਕੋੜ ਵੀ ਹੈ। ਗੁਰੂ ਜੀ ਬਚਨ ਕਰਨ ਲੱਗੇ ਵੀ ਹਾਂ ਕਰ ਦਿਖਾ। ਉਸਨੇ ਜਦੋਂ ਬਾਂਹ ਪਾਈ, ਸਾਰੀ ਹੱਥ ਦਿਖਾਇਆ, ਤੇ ਉਸੇ ਟਾਈਮ ਸਾਰਾ ਹੱਥ ਉਂਗਲਾਂ ਵਧੀਆ ਖੁੱਲ ਗਈਆਂ, ਕੋੜ ਵੀ ਕੱਟਿਆ ਗਿਆ। ਸਤਿਗੁਰੂ ਬਚਨ ਕਰਨ ਲੱਗੇ ਵੀ ਹਾਂ ਤੇਰਾ ਇਹੀ ਤੇਰਾ ਪਤੀ ਹੈ। ਗੁਰੂ ਜੀ ਨੇ ਬਚਨ ਕਰਿਆ ਤੇ ਵੇਖੋ ਫਿਰ ਤੀਰਥ ਪ੍ਰਗਟ ਹੋਇਆ। ਕਿਵੇਂ ਪ੍ਰਗਟ ਹੋਇਆ? ਹੁਣ ਗੁਰੂ ਰਾਮਦਾਸ ਪਾਤਸ਼ਾਹ ਤਾਂ ਚੌਥਾ ਗੁਰੂ ਨਾਨਕ ਹੈ। ਗੁਰੂ ਕੀ ਨਹੀਂ ਸੀ ਕਰ ਸਕਦਾ? ਗੁਰੂ ਤੀਰਥ ਤਾਂ ਸਤਿਗੁਰੂ ਉਦੋਂ ਹੀ ਪ੍ਰਗਟ ਕਰ ਦਿੰਦੇ, ਪਰ ਗੁਰੂ ਜੀ ਨੇ ਭਗਤੀ ਅੱਗੇ ਰੱਖੀ, ਪ੍ਰੇਮਾ ਭਗਤੀ। ਵੇਖੋ ਕਿਸ ਦੀ ਭਗਤੀ? ਪਤੀ ਪਰਮੇਸ਼ਰ ਦੀ ਭਗਤੀ। ਵੇਖੋ ਗੁਰੂ ਜੀ ਨੇ ਦੱਸਿਆ ਕਿ ਸਿੱਖ ਗੁਰੂ ਤੋਂ ਕਿਤੇ ਨਾ ਭੱਜੇ, ਗੁਰੂ ਨੂੰ ਪਤੀ ਪਰਮੇਸ਼ਰ ਮੰਨ ਕੇ ਸਿੱਖ ਤੁਰੇ। ਸਿੱਖ ਪਰਿਵਾਰ ਗੁਰੂ ਨੂੰ ਮੰਨ ਕੇ, ਇਹ ਗੁਰੂ ਜੀ ਨੇ ਆਪਣੇ ਲਈ ਇਹ ਪੂਰਨੇ ਪਾਏ ਨੇ, ਪੂਰਨੇ ਪਾਏ ਨੇ। ਤਾਂ ਫਿਰ ਜਦੋਂ ਐਸੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਲੜ ਲਾ ਕੇ ਸੇਵਾ ਸਿਮਰਨ ਕਰਨਗੇ, ਤਾਂ ਫਿਰ ਉਹ ਕਿਰਪਾ ਐਸੀ ਵਰਤੂਗੀ ਤੇ ਉਹ ਤੀਰਥ ਵੀ ਪ੍ਰਗਟ ਹੋ ਸਕਦਾ ਹੈ। ਵੇਖੋ ਗੁਰੂ ਜੀ ਦੇ ਬਚਨ, ਵੇਖੋ ਸਤਿਗੁਰਾਂ ਦੇ, ਤੀਰਥ ਪ੍ਰਗਟ ਹੋਇਆ। ਤੇ ਹੁਣ ਆਪਾਂ ਨੂੰ ਸਭ ਨੂੰ ਪਤਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਵੇਖੋ ਕਿੰਨੀ ਕਿਰਪਾ ਵਰਤ ਰਹੀ ਹੈ। ਹੁਣ ਹੈ ਗੁਰੂ ਦੀ ਕਿਰਪਾ, ਪਰ ਉਸ ਬੀਬੀ ਰਜਨੀ ਦੀ ਭਗਤੀ ਵੇਖੋ, ਅੰਦਰ ਭਰੋਸਾ ਵੇਖੋ, ਗੁਰੂ ਦੇ ਪ੍ਰਤੀ ਵਿਸ਼ਵਾਸ ਵੇਖੋ ਕਿੰਨਾ। ਪਤੀ ਨੂੰ ਵੀ ਨਹੀਂ, ਕਿੰਨੇ ਪਰਚੇ ਪਏ ਹੋਣਗੇ ਉਸ ਤੇ ਵੇਖੋ, ਪਰ ਡੋਲੀ ਨਹੀਂ ਉਹ। ਡੋਲਣਾ ਨਹੀਂ ਚਾਹੀਦਾ ਆਪਾਂ ਨੂੰ ਕਦੇ ਵਾਸਤੇ ਵੀ, ਗੁਰੂ ਨੂੰ ਨਹੀਂ ਕਦੇ ਵਾਸਤੇ ਵੀ ਛੱਡਣਾ ਚਾਹੀਦਾ। ਵੇਖੋ ਗੁਰੂ ਨੂੰ ਛੱਡ ਕੇ ਭੱਜਣਾ ਨਹੀਂ ਕਦੇ ਵਾਸਤੇ ਚਾਹੀਦਾ। ਵੇਖੋ ਪਰ ਉਸਨੇ ਪਤੀ ਨੂੰ ਪਰਮੇਸ਼ਰ 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 ਮੰਨਦੀ ਗਈ ਨਾ, ਤੇ ਕੀ ਮਿਲਿਆ ਫਿਰ? ਗਾਂ ਵੀ ਪਰਮੇਸ਼ਰ ਹੀ ਮਿਲਿਆ ਉਸ ਨੂੰ। ਗੁਰੂ ਰਾਮਦਾਸ ਪਾਤਸ਼ਾਹ ਮਿਲੇ। ਵੇਖੋ ਸਤਿਗੁਰੂ ਮਿਲੇ, ਫਿਰ ਸੇਵਾ ਦੇ ਵਿੱਚ ਹੀ ਜੁੜ ਗਏ। ਫਿਰ ਉੱਥੇ ਵੇਖੋ ਸੇਵਾ ਕੀਤੀ ਥਾ ਫਿਰ ਉਹਨਾਂ ਨੇ। ਤੇ ਉਸਦਾ ਜਿਹੜਾ ਫਿਰ ਪਿਤਾ ਸੀ ਨਾ, ਹੰਕਾਰੀ ਰਾਜਾ, ਉਹਦਾ ਸਾਰਾ ਰਾਜ ਖਰਾਬ ਹੋ ਗਿਆ ਸੀ, ਫਿਰ ਕੰਗਾਲ ਹੋ ਗਿਆ ਸੀ। ਉਹ ਵੀ ਰੋਂਦਾ ਪਿੱਟਦਾ ਫਿਰ ਇੱਥੇ ਹੀ ਆਇਆ, ਫਿਰ ਸਤਿਗੁਰਾਂ ਦੇ ਚਰਨਾਂ 'ਚ। ਵੇਖੋ ਚਰਨਾਂ ਦੇ ਵਿੱਚ ਆਇਆ ਤੇ ਸਤਿਗੁਰਾਂ ਨੇ ਫਿਰ ਉਸ ਨੂੰ ਨਵਾਜਿਆ। ਫਿਰ ਉਹ ਆਪਣੀ ਲੜਕੀ ਦੇ ਕੋਲੋਂ ਫਿਰ ਮਾਫੀ ਮੰਗੀ ਉਸਨੇ, ਰਜਨੀ ਦੇ ਕੋਲੋਂ। ਸੋ ਇਸ ਕਰਕੇ ਆਪਾਂ ਨੂੰ ਹੁਣ ਇਹ ਸਮਾਂ ਟਾਈਮ ਮਿਲਿਆ ਕਿ ਭਗਤੀ ਐਸੀ ਹੋ ਜਾਵੇ ਕਿ ਸੁੱਖ ਮਿਲਦਾ ਕਿੱਥੇ? ਕਥਾ ਕੀਰਤਨ ਦੇ ਵਿੱਚ ਸੁੱਖ ਹੈ, ਸੁੱਖ ਮਿਲਦਾ। ਵੇਖੋ ਬੀਬੀ ਰਜਨੀ ਨੇ ਸੁਣਿਆ, ਕੀਰਤਨ ਸੁਣਿਆ। ਵੇਖੋ ਹੁਣ ਵੀ ਆ ਵੇਖੋ ਕਿੰਨੀ ਕਿਰਪਾ ਵਰਤਦੀ ਹੈ। ਕੱਲ ਵੀ ਵਿਚਾਰਾਂ ਹੋਈਆਂ ਸੀ ਕਿ ਮਾਤਾ ਜੀ ਨੇ ਸੇਵਾ ਬਹੁਤ ਕਰੀ, ਸੇਵਾ ਕਰੀ। ਨਾਨਕਸਰ ਜਾਂਦੇ ਰਹੇ ਆਪ, ਦਾਦਾ ਪੜਦਾਦਾ ਜੀ ਨੇ ਉੱਥੇ ਸੇਵਾ ਕਰਨੀ, ਪਰ ਮਾਤਾ ਜੀ ਨੇ ਵੇਖੋ ਘਰੇ ਉਹ ਭਾਵਨਾ ਦੇ ਨਾਲ ਸੇਵਾ ਕਰੀ। ਕਿਹੜੀ ਭਾਵਨਾ? ਕਿ ਵੀ ਸਾਨੂੰ ਪੂਰਾ ਗੁਰੂ, ਪੂਰਾ ਰੱਬ ਮਿਲ ਗਿਆ ਹੈ। ਬਾਬਾ ਈਸ਼ਰ ਸਿੰਘ ਜੀ ਮਿਲ ਗਏ ਸਾਨੂੰ ਰੱਬ। ਵੇਖੋ ਐਸੀ ਭਾਵਨਾ ਰੱਖੀ ਮਾਤਾ ਜੀ ਨੇ, ਮਾਤਾ ਜੀ ਨੇ। ਤੇ ਉਹ ਭਾਵਨਾ ਦਾ ਸਦਕਾ ਤੇ ਫਿਰ ਕੀ ਕਿਰਪਾ ਹੋਈ ਹੈ? ਆ ਵੇਖੋ ਆਪਣੇ ਸਾਹਮਣੇ ਤੀਰਥ ਪ੍ਰਗਟ ਹੋਇਆ, ਕਿਰਪਾ ਹੋਈ ਨਾ। ਵੇਖੋ ਬਾਬਾ ਜੀ ਦਾ ਅਵਤਾਰ ਹੋਇਆ ਤਾਂ ਐਸੀ ਕਿਰਪਾ ਵਰਤੀ। ਵੇਖੋ ਸੰਗਤਾਂ ਦੁਨੀਆ ਆਉਂਦੀ ਹੈ, ਦੂਰੋਂ ਦੂਰੋਂ ਆਉਂਦੀ ਭੁਗਤਦੀ ਹੈ, ਕਿਰਪਾ ਵਰਤਦੀ ਹੈ, ਦੁੱਖ ਤਕਲੀਫ ਮਿਹਰ ਵਰਤਦੀ ਹੈ। ਵੇਖੋ ਪ੍ਰੇਮ ਭਗਤੀ ਦੇ ਨਾਲ, ਵੇਖੋ ਜਿਨ੍ਹਾਂ ਨੇ ਇਹ ਪ੍ਰੇਮਾ ਭਗਤੀ ਕੀਤੀ ਗੁਰੂ ਦੇ ਨਾਲ, ਵੇਖੋ ਤਾਂ ਹੀ ਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਕਿ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ, ਵੇਖੋ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ, ਪ੍ਰੇਮ ਕੀਤਾ, ਗੁਰੂ ਨੂੰ ਛੱਡ ਕੇ ਭੱਜੇ ਨਹੀਂ ਕਦੇ। ਵੇਖੋ ਪ੍ਰੇਮ ਕੀਤਾ ਤੇ ਫਿਰ ਗੁਰੂ ਨੇ ਵੀ ਐਸੀ ਕਿਰਪਾ ਕਰ ਦਿੱਤੀ। ਵੇਖੋ ਆ ਸੋਹਣਾ ਅਸਥਾਨ ਬਣੇ ਨੇ, ਵੇਖੋ ਅਸਥਾਨ ਬਣੇ ਆ, 20-22 ਅਸਥਾਨ ਬਣੇ ਨੇ। ਵੇਖੋ ਆਉਂਦੇ ਨੇ ਸੰਗਤ, ਲਾਹਾ ਲੈ ਕੇ ਜਾਂਦੀ ਹੈ ਸਭ ਥਾਈਂ। ਵੇਖੋ ਸੋ
ਕਰਮਾਂ ਨਾਲ ਇਹ ਸਮਾਂ ਮਿਲਿਆ ਹੈ। ਬਾਬਾ ਜੀ ਦੀਵਾਨ ਦੇ ਵਿੱਚ ਪਹੁੰਚ ਗਏ ਨੇ। ਸੋ ਆਪਾਂ ਨੂੰ ਇਹ ਸਮਾਂ ਮਿਲਿਆ ਹੈ। ਸੋ ਆਪਾਂ ਵੀ ਸਾਰੇ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਬੈਠੀਏ। ਲਾਹਾ ਹੈ ਹੁਣ ਇਸ ਸਰੀਰ ਦੇ ਨਾਲ ਲਾਹਾ ਖੱਟਣ ਦਾ ਸਮਾਂ ਮਿਲਿਆ। ਸੋ ਇਸ ਕਰਕੇ ਗੁਰੂ ਜੀ ਬਚਨ ਕਰਦੇ ਨੇ ਕਿ ਹੇ ਜੀਵ, ਤੈਨੂੰ ਸੁੱਖ ਹੈ ਜਦੋਂ ਕਥਾ ਕੀਰਤਨ ਬਚਨ ਹੁੰਦੇ ਨੇ, ਇੱਥੇ ਹੀ ਤੈਨੂੰ ਸਭ ਸੁੱਖ ਮਿਲਣਗੇ। ਬਹੁਤ ਸੌਖੇ ਰਸਤੇ ਨੇ, ਵੇਖੋ ਇਹ ਗੁਰੂ ਨੂੰ ਮਿਲਦੇ। ਵੇਖੋ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸੁੱਖ ਮਿਲਦੇ ਨੇ ਵੇਖੋ। ਪਰ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਬੈਠ ਜਾਂਦੇ ਨੇ ਭਾਵਨਾ ਦੇ ਨਾਲ, ਵੇਖੋ ਉਹੀ ਫਿਰ ਝੋਲੀਆਂ ਭਰਾ ਕੇ ਲੈ ਜਾਂਦੇ ਨੇ ਜਿਹੜੇ ਗੁਰੂ ਦੇ ਨਾਲ ਪ੍ਰੇਮ ਕਰਦੇ ਨੇ। ਵੇਖੋ ਸੋ ਆਓ, ਕਰਮਾਂ ਨਾਲ ਸਮਾਂ ਮਿਲਿਆ ਹੈ, ਦਰਗਾਹੀ ਬਚਨਾਂ ਦਾ ਸਮਾਂ ਵੀ ਹੈ। ਸੋ ਆਪਾਂ ਨੇ ਸਭ ਨੇ ਹੀ ਇਹ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਸੋ ਆਓ ਸਾਰੇ ਹੀ ਆਪਾਂ ਕਿ ਧਾਰਨਾ ਦੇ ਨਾਲ ਹਾਜ਼ਰੀ ਲਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਸੋ ਪਾਏ ਜਿਸ ਵੱਡ ਭਾਗੀ, ਸੋ ਪਾਏ ਜਿਸ ਵੱਡ ਭਾਗੀ। ਸੋ ਪਾਏ ਜਿਸ ਵੱਡ ਭਾਗੀ, ਸੋ ਪਾਏ ਜਿਸ ਵੱਡ ਭਾਗੀ। ਪਾਏ ਜਿਸ ਵੱਡ ਭਾਗੀ, ਸੋ ਪਾਏ ਜਿਸ ਵੱਡ ਭਾਗੀ। ਸੋ ਪਾਏ ਜਿਸ ਵੱਡ ਭਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਸੋ ਕੋ ਅਟਲ ਗੁਰ ਸੇਵੀਆ, ਐਨਸ ਸਹਿਜ ਸਪਾਏ। दर्शन परसिया गुरु का, जन्म मरण दुख जाए। सोए सलंदड़ी मेरा तनवन मौला, नाम जपंदड़ी लाली। पंध जलंदड़ी मेरा अंदर ठंडा, गुर दर्शन देख निहाली। आद निरंजन है गुरु नानक, धार के मूरत
ਹੈ ਜਗ ਆਇਓ। ਆਦ ਦਾ ਮਤਲਬ ਆਦਿ, ਧੁਰੋਂ, ਦਰਗਾਹ ਚੋਂ, ਸੱਚਖੰਡ ਚੋਂ। ਆਦ ਨਿਰੰਜਨ, ਨਿਰੰਜਨ ਨਿਰੰਕਾਰ, ਕੱਲਾ ਨਾਮ, ਨਾਮ ਦੀ ਜੋਤ। ਆਦ ਨਿਰੰਜਨ ਹੈ ਗੁਰੂ ਨਾਨਕ। ਧਾਰ ਕੇ ਮੂਰਤ ਹੈ ਜਗ ਆਇਓ। ਮੂਰਤ ਧਾਰ ਕੇ ਆਏ। ਪਹਿਲੇ ਸੀ ਨਿਰਾਕਾਰ, 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 निरे का कार। पहले से निराकार, निराकार से आकार हो गया, यानी प्रकाश हो गया। निराकार से आकार हो गया। एक से फुरना हुआ, दो चार हो गया। दो चार की गिनती बढ़ी, हजार हो गया। हजारों की पैदाइश से ये संसार हो गया। संसार पापों विषों बकारों से फंसा, पापों विषों बकारों से फंसा, घोर अंधार हो गया। कालजुग का समा। इस अंधार मिटने के लिए कालजुग विच बाबा नानक अवतार हो गया। जिसने किया दीदार बस उसी का बेड़ा पार हो गया। जिसने किया सिदक उसी का धार हो गया। सो सतगुरु मोहर लाउंदे हन, आद निरंजन है गुरु नानक। धार के मूर्त है जग आयो। गुरु नानक की मूर्त धार के मूर्त है जग आयो। लोक सुनियो परलोक सुनियो, बिरद लोक सुनियो, सब दर्शन पायो। संगत पार अतारन को, संगत नूं पार अतारन को गुरु नानक साहब वाहिगुरु पंथ चलायो। ये वाहिगुरु का पंथ है, गुरु नानक का पंथ है। ये संगत नूं पार करने वास्ते गुरु नानक साहब ने यह पंथ चलाया। मर्यादा वधी है। जिस मर्यादा ते महापुरख बाबा जी वर्गे कथा कीर्तन दे नाल संसार नूं तार रहे हैं। कथा कीर्तन दे नाल तरदा बंदा। इस करके हजूर ने मोहर लाई है, अपना गुरु ध्याए। अपना गुरु गुरु धार लेना चाहिए, फिर गुरु का नाम जपना चाहिए। मेरे कुशल छेती घर आए, नामे की वडियाई, नाम की वडियाई, तिस कीमत कहन ना जाई। संतो हर 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 आराधो। हजूर सारी संगत नूं कट्ठा ही वचन करदे आ। संतो हर 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 आराधो। हर आराध सबो कुछ पाई है। कबीलदार आपां नूं बहुत लोड़ां हन, घर दीयां लोड़ां बहुत हन। हर 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 आराधो। हर आराध सबो कुछ पाई है। कारज सगले साधो। यो मोह लाई पातशाह जी ने। सतगुरु
ਕਲਯੁਗ ਦੇ ਵਿੱਚ ਦੁਨੀਆ ਨੂੰ ਤਾਰਨ ਵਾਸਤੇ ਆਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਮ ਮੁੱਖ ਰੱਖਿਆ। ਆਖਿਆ ਮਰਦਾਨਿਆਂ, ਮਰਦਾਨੇ ਬੇਨਤੀ ਕੀਤੀ ਕੁਝ ਚਿਰ ਆਰਾਮ ਕਰੀਏ, ਕੁਝ ਚਿਰ ਅੜਕੀਏ। ਬਹੁਤ ਸਬਰ ਹੋਇਆ। ਹਜ਼ੂਰ ਕਹਿੰਦੇ ਮਰਦਾਨਿਆਂ ਸਮਾਂ ਥੋੜ੍ਹਾ ਹੈ, ਕਲਯੁਗ ਦਾ ਪਹਿਰਾ ਬਹੁਤ ਤੇਜ਼ ਹੈ। ਆਪਾਂ ਘਰ ਘਰ ਵਿੱਚ ਜਾ ਕੇ ਨਾ ਹਰੇਕ ਦਾ ਕੁੰਡਾ ਖੜਕਾ ਕੇ ਸਭ ਨੂੰ ਨਾਮ ਦੀ ਤਾਕਤ ਨਾਲ ਤਾਰਨਾ ਹੈ। ਇਉਂ ਆਖਿਆ ਬਾਬਾ ਜੀ ਨੇ। ਨਾਮ ਦੀ ਦਾਤ ਤੋਂ ਬਿਨਾਂ ਕੋਈ ਵੀ ਤਰ ਨਹੀਂ ਸਕਦਾ। ਇਉਂ ਆਖਿਆ ਹਰ ਅਰਾਧ ਸਭੋ ਕਿਛ ਪਾਈ ਹੈ, ਕਾਰਜ ਸਗਲੇ ਸਾਧੋ। ਸਗਲੇ ਦਾ ਮਤਲਬ ਹੈ ਪਿਛਲੇ, ਹੁਣ, ਆਉਣ ਵਾਲੇ ਸਾਰੇ ਸਾਧੋ। ਹਜ਼ੂਰ ਕਹਿੰਦੇ ਪਾਤਸ਼ਾਹ ਕਾਰਜ ਸਗਲੇ ਸਾਧੋ, ਪ੍ਰੇਮ ਭਗਤ ਪ੍ਰਭ ਲਾਗੀ। ਭਗਤੀ 9 ਪ੍ਰਕਾਰ ਦੀ ਹੈ। ਕੀਰਤਨ ਭਗਤੀ ਸਿਰੇ ਦੀ ਹੈ, ਸਿਰੇ ਦੀ। ਪਾਠ ਕਰਨਾ ਵੀ ਭਗਤੀ ਹੈ, ਪਾਠ ਸੁਣਨਾ ਵੀ ਭਗਤੀ ਹੈ, ਪਾਠ ਕਰਾਉਣਾ ਵੀ ਭਗਤੀ ਹੈ, ਪਹਿਰੇ ਵਾਲਿਆਂ ਨੂੰ ਉਠਾਉਣਾ ਉਹ ਵੀ ਭਗਤੀ ਹੈ। ਜਿਹੜੀ 9 ਪ੍ਰਕਾਰ ਦੀ ਭਗਤੀ ਹੈ। ਇਹਦੇ ਵਿੱਚ ਸਿਰੇ ਦੀ ਭਗਤੀ ਪ੍ਰੇਮ ਹੈ। ਬਸ ਪ੍ਰੇਮ ਦੀ ਭਗਤੀ ਹੋ ਗਈ ਨਾ, ਤੇ ਇਸੇ ਜਨਮ 'ਚ ਹੀ ਬੰਦੇ ਦੀ ਭਗਤੀ ਮਨਜ਼ੂਰ ਹੋ ਜਾਂਦੀ ਹੈ, ਮਨਜ਼ੂਰ ਹੋ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਹੈ। ਗੁਰਪੂਰਾ ਭੇਟਿਓ ਬੜ ਭਾਗੀ। ਅੱਜ ਪੂਰੇ ਗੁਰੂ ਦੀ ਲੋੜ ਹੈ। ਭੇਟਿਓ ਬੜ ਭਾਗੀ, ਉਹ ਵੱਡੇ ਭਾਗਾਂ ਵਾਲੇ ਹਨ ਜਿਹੜੇ ਗੁਰੂ ਨਾਨਕ ਦਾ ਦਰਸ਼ਨ ਕਰਦੇ ਤੇ ਜੁੜਦੇ ਤੇ ਸੰਗਤ ਕਰਦੇ ਆ। ਬੜ ਭਾਗੀ। ਗੁਰਪੂਰਾ ਭੇਟਿਓ ਬੜ ਭਾਗੀ। ਹਜ਼ੂਰ ਮੋਹਰ ਲਾਉਂਦੇ ਹਨ। ਗੁਰੂ ਪੂਰਾ ਭੇਟਿਓ ਬੜ ਭਾਗੀ, ਮੰਨੇ ਭਿਆ ਪ੍ਰਗਾਸਾ। ਉਹਦਾ ਫਿਰ ਮਨ ਪ੍ਰਕਾਸ਼ ਹੋ ਜਾਂਦਾ। ਬੁੱਧੀ ਮਲੀਨ ਤੋਂ ਪ੍ਰਕਾਸ਼ ਹੋ ਜਾਂਦੀ ਬੁੱਧੀ। ਉਹਨੂੰ ਚੰਗੇ ਫੁਰਨੇ ਔੜਨ ਲੱਗ ਜਾਂਦੀ ਹੈ, ਚੰਗੇ ਕੰਮ ਕਰਨ ਲੱਗ ਜਾਂਦਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਇਹ ਅਵਸਥਾ ਆ ਜਾਂਦੀ ਉਹਦੀ ਵੀ ਮੇਰੇ ਗੁਰੂ ਵਰਗਾ ਕੋਈ ਗੁਰੂ ਨਹੀਂ ਹੈ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਹਿਬ ਕਾ ਪ੍ਰਵਾਸਾ। ਇੱਕ ਵਾਰੀ ਭਾਈ ਬਾਲਾ ਜੀ ਪਹਿਲੀ ਵਾਰ ਕਰਤਾਰਪੁਰ ਸਤਿਗੁਰਾਂ ਕੋਲੇ ਗੋਂਦਵਾਲ ਸਾਹਿਬ ਆਏ। ਭਾਈ ਬਾਲਾ ਜੀ ਜਦੋਂ ਆਏ ਤਾਂ ਉਸ ਟਾਈਮ ਦੇ ਪਹਿਲੀ ਵਾਰ ਦਰਸ਼ਨ ਕੀਤੇ। ਪਹਿਲੀ ਵਾਰ ਪਜਾਮਾ ਚਿੱਟਾ ਰੇਪ ਪਾਇਆ ਹੋਇਆ ਸੀ, ਚੋਲਾ ਸੀ ਕਲੀਆਂ ਵਾਲਾ, ਦਸਤਾਰ ਚਿੱਟੀ ਬੰਨੀ ਸੀ। ਤੇ ਜਦੋਂ ਗੁਰੂ ਅੰਗਦ ਸਾਹਿਬ ਨਾਲ ਮੇਲ ਹੋਇਆ ਪਹਿਲੀ ਵਾਰ, ਉਹਨਾਂ ਨੇ ਆਖਿਆ ਆਓ ਸੰਤ ਜੀ, ਜੀ ਆਇਆਂ ਨੂੰ, ਆਓ ਬੈਠੋ। ਸੰਤ ਜੀ ਆਖਿਆ ਉਹਨਾਂ ਨੂੰ। ਕਹਿੰਦੇ ਤੁਸੀਂ ਚੌਰ ਕੀਤਾ, ਸਾਰੀ ਉਮਰ ਚੌਰ ਕੀਤਾ, ਤੁਸੀਂ ਸੰਤ ਬਣ ਗਏ। ਇਉਂ ਆਖਿਆ। ਤੇ ਗੁਰੂ ਅੰਗਦ ਸਾਹਿਬ ਜੀ ਨੇ 7 ਸਾਲ ਹੀ ਸੇਵਾ ਕੀਤੀ ਹੈ। 7 ਸਾਲ।
ਤੇ ਭਾਈ ਬਾਲਾ ਜੀ ਨੇ ਸਾਰੀ ਉਮਰ ਹੀ ਚੌਰ ਕੀਰਤਨ ਛੋਟੀ ਅਵਸਥਾ ਤੋਂ ਲਾ ਕੇ ਨਾਲ ਹੀ ਰਹੇ ਆ। ਉਸ ਟਾਈਮ ਤੇ ਭਾਈ ਬਾਲਾ ਜੀ ਕਹਿਣ ਲੱਗੇ, ਕੀਰਤਨ ਹੋ ਰਿਹਾ ਹੈ, ਸੰਗਤ ਭੁਗਤ ਰਹੀ ਤੁਹਾਡੇ ਕੋਲੇ ਜੀ। ਸੱਚੇ ਪਾਤਸ਼ਾਹ ਕਹਿੰਦੇ ਹੈ, ਸੰਗਤਾਂ ਇਹ ਨਹੀਂ ਪਤਾ ਲੱਗਿਆ ਵੀ ਮੈਂ ਚੌਰ ਕੀਤਾ ਸਾਰੀ ਉਮਰ, ਤੁਸੀਂ ਮੈਨੂੰ ਸੰਤ ਕਹਿ ਕੇ ਬੁਲਾਇਆ ਤੇ ਤੁਹਾਨੂੰ ਸੰਗਤਾਂ ਗੁਰੂ ਸਾਹਿਬ ਕਹਿੰਦੀਆਂ, ਤੁਸੀਂ 7 ਸਾਲ ਹੀ ਸੇਵਾ ਕੀਤੀ ਹੈ। ਕਹਿੰਦੇ ਭਾਈ ਬਾਲਾ ਜੀ, ਜਦੋਂ ਤੁਸੀਂ ਸੰਗਤ ਕਰਦੇ ਸੀ, ਚੌਰ ਕਰਦੇ ਸੀ, ਉਦੋਂ ਗੁਰੂ ਨੂੰ ਕੀ ਜਾਣਿਆ? ਕਹਿੰਦੇ ਅਸੀਂ ਉਦੋਂ ਜਾਣਿਆ ਵੀ ਸਾਰੇ ਸੰਤਾਂ ਤੋਂ ਸੰਤ ਵੱਡਾ ਇਹੀ ਹੈ, ਸਾਰੇ ਸੰਤ ਛੋਟੇ ਆ। ਤੇ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਕਹਿੰਦੇ, ਬਸ ਫਿਰ ਜਿਹੋ ਜਿਹਾ ਕੋਈ ਗੁਰੂ ਨੂੰ ਜਾਣਦਾ ਹੈ ਉਹੋ ਜਿਹਾ ਹੀ ਬਣ ਜਾਂਦਾ। ਤੁਸੀਂ ਵੀ ਸੰਤਾਂ ਤੋਂ ਸੰਤ ਵੱਡੇ ਆ, ਅਸੀਂ ਤੁਹਾਨੂੰ ਕਿਹਾ ਆਓ ਜੀ ਆਇਆਂ ਨੂੰ, ਸੰਤ ਬਣ ਗਏ। ਸੰਤ ਜੀ ਬੈਠੋ। ਕਹਿੰਦੇ ਇਹ ਨਹੀਂ ਪਤਾ ਲੱਗਿਆ ਵੀ ਤੁਸੀਂ ਗੁਰੂ ਦਾ ਰੂਪ ਕਿਵੇਂ ਬਣ ਗਏ। ਤੁਸੀਂ ਕੀ ਜਾਣਿਆ ਗੁਰੂ ਨਾਨਕ ਨੂੰ? ਕਹਿੰਦੇ ਅਸੀਂ ਜਾਣਿਆ ਏਕੋ ਕਹੀਆ ਨਾਨਕਾ, ਦੂਜਾ ਕਾਹੇ ਕੋ, ਦੂਜਾ ਕਾਹੇ ਸਿਮਰਿਆ ਜੰਮੇ ਤੇ ਮਰ ਜਾਏ। ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ। ਅਸੀਂ ਸੇਵਾ ਕਰਦਿਆਂ ਨੇ ਆਖਿਆ ਵੀ ਗੁਰੂ ਨਾਨਕ ਵਰਗਾ ਦੁਨੀਆ ਤੇ ਕੋਈ ਨਹੀਂ ਹੈ। ਫਰਕ ਇੰਨਾ ਹੀ ਆ, ਬਸ ਭਾਵਨਾ ਦਾ ਫਰਕ ਆ, ਪ੍ਰੇਮ ਦਾ। ਕਹਿੰਦੇ ਅਸੀਂ ਹੁਕਮ ਮੰਨਣ ਨੂੰ ਤੱਤ ਫਟ ਰਹੇ, ਹੁਕਮ ਕੀਤਾ ਤੇ ਗੁਰੂ ਨਾਨਕ ਦੀ ਰਮਜ ਨੂੰ ਜਾਣਿਆ ਤੇ ਗੁਰੂ ਨਾਨਕ ਸਾਹਿਬ ਨੇ ਵਰ ਦਿੱਤੇ ਸਾਨੂੰ, ਫਿਰ ਵਰ ਦਿੱਤੇ। ਲੋਟਾ ਪਾਣੀ 'ਚ ਡਿੱਗ ਪਿਆ, ਡਿੱਗਣਾ ਤਾਂ ਕੀ ਸੀ, ਗੁਰੂ ਸਾਹਿਬ ਨੇ ਸਿੱਟਤਾ। ਕੁਝ ਕੁ ਸੰਗਤਾਂ ਖੜੀਆਂ ਸੀ, ਗੁਰੂ ਜੀ ਕਹਿੰਦੇ ਉਹ ਲੋਟਾ ਪਾਣੀ ਵਿੱਚੋਂ ਕੱਢ ਕੇ ਲਿਆਓ। ਸਾਰੇ ਕਹਿੰਦੇ ਜੀ ਪਾਣੀ ਹੀ ਡੂੰਘਾ ਗੰਦਾ ਪਾਣੀ ਹੈ। ਤੇ ਸ੍ਰੀ ਚੰਦ ਨਾਲ ਹੀ ਸੀ। ਕਹਿੰਦੇ ਜੀ ਅੱਗੇ ਕਿਹੜਾ ਆਪਾਂ ਦੁਕਾਨ ਤੋਂ ਲਿਆ, ਕੋਈ ਹੋਰ ਮੱਥਾ ਟੇਕ ਦੂ, ਪਰ ਗੰਦੇ ਪਾਣੀ 'ਚ ਡਿੱਗ ਪਿਆ ਉਹ। ਹੁਣ ਗੰਦੇ ਪਾਣੀ 'ਚੋਂ ਨਾ ਹੀ ਕਿਸੇ ਨੇ ਕੱਢਿਆ, ਬਾਬਾ ਲਹਿਣਾ ਜੀ ਨੇ ਅੱਗੇ ਵੱਧ ਕੇ ਪਾਣੀ ਦੇ ਵਿੱਚ ਆਪਣੀ ਲੱਤ ਪਾ ਕੇ ਤੇ ਖਿੱਚ ਕੇ ਬਾਹਰ ਕੱਢਿਆ, ਧੋਸ ਮਾਰ ਕੇ